ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸੋਮਵਾਰ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਹੈ। ਹਰ ਸੋਮਵਾਰ ਨੂੰ ਅਸੀਂ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਇਸ ਸੈਸ਼ਨ ਵੀ ਦਿੰਦੇ ਹਾਂ। ਸਵਾਲ ਜਵਾਬ ਸੈਸ਼ਨ ਦੀ ਸੇਵਾ ਵੀਰ ਰਾਜਾ ਸਿੰਘ ਜੀ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਇਸ ਸੈਸ਼ਨ ਦੀ ਆਰੰਭਤਾ ਕਰਨ ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਤੋਂ ਸਵਾਲ ਜਵਾਬ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਪੈਨਲ ਮੈਂਬਰਸ ਨੇ ਉਹ ਕਿਰਪਾ ਕਰਕੇ ਸੰਗਤ ਨਾਲ ਫਤਿਹ ਸਾਂਝੀ ਕਰਨਗੇ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਗੀਰ ਸਿੰਘ ਜੀ। ਜਗੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਕਿੱਕਰ ਸਿੰਘ ਜੀ। ਮਨਮੋਹਨ ਸਿੰਘ और साहब प्रभकीर्तन सिंह शायद थोड़ी देर तक ज्वाइन करेंगे जी। कृपाल सिंह जी आ गए ना। अच्छा, हिस्सा कृपाल सिंह चंदन। अनम्यूट करके संगत नाल फतेह साझी कर लो जी। हाँ जी, वाहिगुरू खालसा वाहिगुरू फतेह जी। कृपाल सिंह जी। खालसा वाहिगुरू जी की फतेह। हाँ जी, किकर सिंह जी MP जी आए ने कि नहीं? देख रहे हैं जी, एक मिनट। उनका नाम थल्ले हुंदा ना जी। हाँ, आए हुए ने। हाँ जी, किकर सिंह जी फतेह साझी कर लो संगत नाल। हाँ जी, वाहिगुरू जी का खालसा वाहिगुरू जी की फतेह। हाँ जी, साहब मनमोहन सिंह जी अजे थोड़ा अटके होंगे, शायद प्रभकीर्तन सिंह जी भी थोड़ा लेट ज्वाइन कर। तो साथ संग जी ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਆਪ ਜੀ ਵੱਲੋਂ ਭੇਜੇ ਵੱਖ-ਵੱਖ ਸਵਾਲ ਜੋੜੇ ਨੇ। ਸਿੰਘ ਜੀ ਆਸਟ੍ਰੇਲੀਆ ਵਾਲੇ। ਹੈ ਜੀ, ਤਜਿੰਦਰ ਸਿੰਘ ਜੀ। ਪ੍ਰਿੰਸੀਪਲ ਸਾਹਿਬ ਤਜਿੰਦਰ ਸਿੰਘ ਜੀ। हाँ जी, ਤਜਿੰਦਰ ਸਿੰਘ ਜੀ ਆਸਟ੍ਰੇਲੀਆ देश नहीं जैसे आए ना। हाँ जी, आए हुए नहीं, शुरू तो ही आए। अच्छा, मैं देखे नहीं। पता नहीं, फिर मैं लगता है डिस्कनेक्ट हो गया यहाँ पे होना था दोबारा। आए थे सीखे ऐसे डिस्कनेक्टेड है। चलो आप शुरू करते हैं जी, ज्वाइन कर लेंगे। तो साथ संग जी आप वालों वक्त ते भेजे सवाल। तो हेलो तजिंदर सिंह जी ना डिस्कनेक्ट हो गया सी, मेरे ख्याल दोबारा ज्वाइन कीते ना। वीडियो नहीं आ रही मेरी। वाहिगुरू जी का खालसा वाहिगुरू जी की फतेह। वीडियो नहीं आ रही। शुक्रिया जी ज्वाइन करन दा। पहला तो आ रही सी। हाँ, हुण वीडियो ओके करो। वीडियो मेरी स्टॉप होई पई है। ठीक है, ਉਹ ਤੁਸੀਂ ਔਨ ਆਪੇ ਕਰ ਸਕਦੇ ਹੋ। नहीं, वो मेरे पता नहीं थले डन उतो ठीक करो। देखो इथों तो आप लोग भेजे जो सवाल ने
ਉਹ ਆਪਾਂ ਇੱਕ ਇੱਕ ਸਵਾਲ ਕਰਕੇ ਤੁਹਾਡੇ ਨਾਲ ਉੱਤਰ ਸਾਂਝੀ ਕਰਦੇ ਹਾਂ। ਤੋ ਇੱਕ ਸਵਾਲ ਸਾਡੇ ਕੋਲ ਆਇਆ ਕਿ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ, ਇਹਦਾ ਅੰਤਰੀ ਭਾਵ ਕੀ ਹੈ? ਇਹ ਸਵਾਲ ਭੇਜਿਆ ਸਰ ਸੁਰਜੀਤ ਸਿੰਘ ਜੀ ਨੇ। ਮੈਂ ਰਿਪੀਟ ਕਰ ਰਿਹਾ, ਇਹ ਬਾਬਾ ਫਰੀਦ ਜੀ ਦਾ ਸ਼ਲੋਕ ਹੈ, ਉਹਨਾਂ ਚੋਂ ਇਸ ਸ਼ਲੋਕ ਦੀ ਇਹ ਤੁਕ ਹੈ ਜੀ, ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ। ਬੇਨਤੀ ਕਰ ਰਿਹਾ ਭੈਣ ਮਨਿੰਦਰ ਕੌਰ ਜੀ ਨੂੰ ਵੀ ਇਹਦੇ ਬਾਰੇ ਇਹਦਾ ਅੰਤਰੀ ਭਾਵ ਕੀ ਹੈ, ਕਿਉਂਕਿ ਗੁਰਬਾਣੀ ਦੇ ਬਹੁਤ ਸਾਰੇ ਐਸੇ ਸ਼ਬਦ ਨੇ ਜਿਹੜੇ ਕੇਵਲ ਅੱਖਰੀ ਅਰਥ ਨਾਲ ਗੱਲ ਨਹੀਂ ਸਮਝ ਆਉਂਦੀ, ਤਾਂ ਉਹਨਾਂ ਚੋਂ ਇੱਕ ਇਹ ਵੀ ਇਹ ਹੈ। ਤੋ ਇਹਦੇ ਬਾਰੇ ਮੈਂ ਭੈਣ ਜੀ ਨੂੰ ਬੇਨਤੀ ਕਰ ਰਿਹਾ, ਉਹ ਕਿਰਪਾ ਕਰਕੇ ਇਹਦਾ ਅੰਤਰੀ ਭਾਵ ਦੱਸਣ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ ਕਿ ਸਵਾਲ ਹੈ, ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛਤਾਓ ਵਤ ਕੁਆਰੀ ਨਾ ਥੀਏ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹੀ ਹਾਂ ਕਿ ਇਹ ਸ਼ਲੋਕ ਫਰੀਦ ਜੀ ਦੇ ਸ਼ਲੋਕਾਂ ਵਿੱਚੋਂ 63ਵਾਂ ਸ਼ਲੋਕ ਹੈ। ਇਸ ਸ਼ਲੋਕ ਨੂੰ ਸਮਝਣ ਲਈ ਇਸ ਤੋਂ ਪਹਿਲੇ ਸ਼ਲੋਕ ਨੂੰ ਵੀ ਸਮਝ ਲਈਏ ਤਾਂ ਗੱਲ ਸਪਸ਼ਟ ਹੁੰਦੀ ਹੈ। ਤੇ ਪਹਿਲਾ ਸ਼ਲੋਕ ਹੈ, ਤਤੀ ਤੋਏ ਨ ਪਲਵੈ ਜੇ ਜਲ ਟੁੱਬੀ ਦੇ ਫਰੀਦਾ, ਜੇ ਦੁਹਾਗਣ ਰੱਬ ਦੀ ਚੂਰੇਂਦੀ ਚੂਰੇ। ਇੱਥੇ ਤਤੀ ਤੋਂ ਭਾਵ ਹੈ ਪਾਣੀ ਵਿੱਚ ਸੜੀ ਹੋਈ ਖੇਤੀ, ਪਲਵੇ ਤੋਂ ਭਾਵ ਹੈ ਪ੍ਰਫੁੱਲਿਤ ਹੁੰਦੀ ਹੈ। ਇੱਥੇ ਫਰੀਦ ਜੀ ਗੱਲ ਕਰ ਰਹੇ ਹਨ ਕਿ ਜਿਵੇਂ ਪਾਣੀ ਵਿੱਚ ਸੜੀ ਹੋਈ ਖੇਤੀ ਪ੍ਰਫੁੱਲਤ ਨਹੀਂ ਹੋ ਸਕਦੀ, ਭਾਵੇਂ ਪਾਣੀ ਵਿੱਚ ਡੋਬਾ ਹੀ ਦੇ ਦਿਓ। ਕਿਉਂ ਨਹੀਂ ਹੋ ਸਕਦੀ? ਕਿਉਂਕਿ ਉਹ ਸੜੀ ਹੀ ਪਾਣੀ ਦੇ ਜ਼ਿਆਦਾ ਹੋਣ ਨਾਲ ਹੈ। ਇਸੇ ਤਰ੍ਹਾਂ ਜੋ ਜੀਵ ਇਸਤਰੀ ਆਪਣੇ ਵੱਲੋਂ ਰੱਬ ਦੇ ਰਾਹ ਤੇ ਚਲਦੀ ਹੋਈ ਵੀ ਰੱਬ ਤੋਂ ਵਿਛੜੀ ਹੋਈ ਹੈ, ਭਾਵ ਧਰਮ ਤੇ ਮਾਰਗ ਤੇ ਤਾਂ ਹੈ, ਪਰ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਵਿੱਚ ਫਸੀ ਹੋਈ ਹੈ। ਜਿਵੇਂ ਸੜੀ ਹੋਈ ਖੇਤੀ ਹਰੀ ਨਹੀਂ ਕੀਤੀ ਜਾ ਸਕਦੀ, ਤਿਵੇਂ ਹੀ ਧਰਮ ਦਾ ਬਾਣਾ ਪਾਣ ਨਾਲ ਧਰਮੀ ਨਹੀਂ ਬਣਿਆ ਜਾ ਸਕਦਾ। ਸਤਸੰਗ ਵਿੱਚ ਰਹਿ ਕੇ ਵੀ ਮਨ ਟਿਕਾਓ ਵਿੱਚ ਨਹੀਂ ਹੈ, ਮਾਇਆ ਦੀ ਚਕਾਚੌਂਧ ਵਿੱਚ ਫਸ ਤੇ ਗਿਆ ਹੈ, ਪਰ ਉੱਥੋਂ ਨਿਕਲਣ ਦੀ ਕੋਈ ਰਾਹ ਨਜ਼ਰ ਨਹੀਂ ਆ ਰਹੀ। ਇਸ ਤਰ੍ਹਾਂ ਨਹੀਂ ਹੈ ਕਿ ਨਿਕਲਣਾ ਨਹੀਂ ਚਾਹੁੰਦਾ, ਨਿਕਲਣਾ ਚਾਹ ਰਿਹਾ ਹੈ, ਪਰ ਚਿੱਕੜ ਦੀ ਤਿਲਕਣ ਨਿਕਲਣ ਨਹੀਂ ਦਿੰਦੀ। ਫਿਰ ਪਛਤਾਉਂਦਾ ਹੈ, ਮੈਂ ਇਸ ਰਾਹ ਤੇ ਤੁਰਿਆ ਹੀ ਕਿਉਂ? ਪਰ ਜਿਸ ਵੇਲੇ ਤੁਰਿਆ ਸੀ ਉਸ ਵੇਲੇ ਸਮਝ ਨਹੀਂ ਸੀ। ਇਸੇ ਪ੍ਰਕਰਨ ਨੂੰ ਅੱਗੇ ਤੋਰਦੇ ਹੋਏ ਫਰੀਦ ਜੀ ਸਮਝਾ ਰਹੇ ਹਨ, ਜਾਂ ਕੁਆਰੀ ਤਾਂ ਚਾਓ ਵਿਵਾਹੀ ਨਾ ਮਾਮਲੇ, ਫਰੀਦਾ ਇਹੋ ਪਛਤਾਓ ਵਤ ਕੁਆਰੀ ਨਾ ਥੀਏ। ਇੱਥੇ ਜਾਂ ਤੋਂ ਭਾਵ ਹੈ ਜਦੋਂ, ਤੇ ਤਾਂ ਤੋਂ ਤਦੋਂ, ਵਿਆਹੀ ਜਦੋਂ ਵਿਆਹੀ ਗਈ, ਮਾਮਲੇ ਜੰਜਾਲ, ਪਛਤਾਓ ਪਛਤਾਵਾ, ਵਤ ਫਿਰ ਤੋਂ ਨਾ ਥੀਏ ਨਹੀਂ ਹੋ ਸਕਦਾ। ਅਰਥ ਸਪਸ਼ਟ ਹਨ। ਕੁਆਰੀ ਬੱਚੀ ਜਿਸਦਾ ਅਜੇ ਵਿਆਹ ਨਹੀਂ ਹੋਇਆ, ਉਸਦਾ ਦੁਨਿਆਵੀ ਉਦਾਹਰਣ ਦਿੰਦੇ ਹੋਏ ਸਮਝਾ ਰਹੇ ਹਨ ਕਿ ਅਸੀਂ ਦੇਖਦੇ ਹਾਂ ਬੱਚੀਆਂ ਪੇਕੇ ਘਰ ਕੇਅਰ ਫ੍ਰੀ ਲਾਈਫ ਜਿਉਂਦੀਆਂ ਹਨ। ਇੱਕ ਉਮਰ ਵਿੱਚ ਆਉਣ, ਫਿਰ ਮਾਤਾ ਪਿਤਾ ਨੂੰ ਵੀ ਚਾਹ ਹੁੰਦਾ ਹੈ ਬੱਚੀ ਨੂੰ ਵਿਆਹ ਦਾ, ਤੇ ਬੱਚੀ ਨੂੰ ਵੀ ਵਿਆਹ ਦਾ ਚਾਹ ਹੁੰਦਾ ਹੈ। ਪਰ ਵਿਆਹ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਬਤੀਤ ਹੁੰਦਾ ਹੈ, ਹਕੀਕਤ ਸਾਹਮਣੇ ਆਉਂਦੀ ਹੈ, ਤਾਂ ਫਿਰ ਪਛਤਾਵਾ ਹੁੰਦਾ ਹੈ। ਇਹ ਤਾਂ ਸਾਰਾ ਦਿਖਾਵਾ ਸੀ, ਇਸ ਤੋਂ ਤਾਂ ਮੈਂ ਪਹਿਲਾਂ ਹੀ ਚੰਗੀ ਸੀ। ਪਰ ਹੁਣ ਪਛਤਾਉਣ ਨਾਲ ਕੋਈ ਫਾਇਦਾ ਨਹੀਂ, ਕਿਉਂਕਿ ਹੁਣ ਕੁਆਰੀ ਤਾਂ ਨਹੀਂ ਕਹਿਲਾਏਗੀ, ਭਾਵੇਂ ਵਾਪਸ ਪੇਕੇ ਹੀ ਆ ਜਾਵੇ। ਹੁਣ ਇਸ ਦਾ ਅੰਤਰੀ ਭਾਵ ਦੇਖੀਏ ਤਾਂ ਫਰੀਦ ਜੀ ਕੁਆਰੀ ਮਾਇਆ ਨੂੰ ਕਹਿ ਰਹੇ ਹਨ। ਇਹ ਦ੍ਰਿਸ਼ਟਾਂਤ ਦਿੰਦੇ ਹੋਏ ਫਰੀਦ ਜੀ ਸਮਝਾ ਰਹੇ ਹਨ ਕਿ ਬੰਦਾ ਜਦੋਂ ਮਾਇਆ ਦੇ 3 ਗੁਣਾਂ ਵਿੱਚੋਂ ਕਿਸੇ ਵਿੱਚ ਵੀ ਵਿਚਰਦਾ ਹੈ ਤਾਂ ਮਾਇਆ ਖਿੱਚ ਪਾਉਂਦੀ ਹੈ, ਜਿਸ ਨਾਲ ਚੰਗਾ ਲੱਗਦਾ ਹੈ। ਫਿਰ ਉਹ ਮਾਇਆ ਦੇ ਪਿੱਛੇ ਭੱਜਦਾ ਹੈ। ਜਿਵੇਂ ਵਿਆਹ ਦਾ ਚਾਹ ਹੁੰਦਾ ਹੈ, ਤਿਵੇਂ ਹੀ ਮਾਇਆ ਦੀ ਪ੍ਰਾਪਤੀ ਦਾ ਚਾਹ ਹੁੰਦਾ ਹੈ।
ਮੇਰਾ ਇਹ ਕੰਮ ਹੋ ਜਾਵੇ, ਹੁਣ ਇਹ ਚੀਜ਼ ਮੈਨੂੰ ਪ੍ਰਾਪਤ ਹੋ ਜਾਵੇ, ਭਾਵੇਂ ਉਹ ਰਜੋਗੁਣ ਦੇ ਅਧੀਨ ਹੋਵੇ, ਭਾਵੇਂ ਤਮੋਗੁਣ ਦੇ, ਤੇ ਭਾਵੇਂ ਸਤੋਗੁਣ ਦੇ ਅਧੀਨ ਹੀ ਕਿਉਂ ਨਾ ਹੋਵੇ। ਉਸਦੀ ਚਾਹਤ ਕੀ ਸੀ? ਸੁਖ ਦੀ ਪ੍ਰਾਪਤੀ। ਪਰ ਮਾਇਆ ਵਿੱਚ ਤਾਂ ਸੁਖ ਹੈ ਹੀ ਨਹੀਂ, ਮਾਇਆ ਤਾਂ ਹੋਰ ਦੀ ਚਾਹਤ ਰੱਖਦੀ ਹੈ। ਕਬੀਰ ਜੀ ਵੀ ਫਰਮਾਉਂਦੇ ਹਨ, ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ, ਜੇ ਚਿਤ ਰਾਖੇ ਏਕ ਸਿਉ ਤੇ ਸੁਖ ਪਾਵੇਂ ਨੀਤ। ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾ ਕੇ ਮਾਇਆ ਵਾਲੇ ਮਿੱਤਰ ਬਣਾਏ ਹੋਏ ਹਨ, ਉਹਨਾਂ ਨੂੰ ਸੁਖ ਦੀ ਪ੍ਰਾਪਤੀ ਕਿੱਥੇ ਹੁੰਦੀ ਹੈ? ਪਾਵਨ ਨਹੀਂ ਹੁੰਦੀ ਹੈ। ਪਰ ਜੋ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜੀ ਰੱਖਦੇ ਹਨ, ਉਹ ਸਦਾ ਹੀ ਸੁਖੀ ਰਹਿੰਦੇ ਹਨ। ਜਿਹੜੇ ਮਾਇਆ ਵਿੱਚ ਖਚਿਤ ਹੋ ਜਾਂਦੇ ਹਨ, ਜਦ ਉਹਨਾਂ ਨੂੰ ਸਮਝ ਆਉਂਦੀ ਹੈ ਤਾਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਹੁਣ ਉਹ ਬਾਹਰ ਨਿਕਲਣ ਦਾ ਰਾਹ ਲੱਭਦੇ ਹਨ, ਪਰ ਉਹ ਰਾਹ ਨਜ਼ਰ ਨਹੀਂ ਆਉਂਦਾ, ਫਿਰ ਪਛਤਾਉਂਦੇ ਹਨ। ਇਸ ਮਾਇਆ ਵਾਲੇ ਪਾਸੇ ਆਪਣੇ ਆਪ ਨੂੰ ਨਾ ਹੀ ਖਚਿਤ ਕਰਦੇ। ਫਰੀਦ ਜੀ ਦਾ ਇਹ ਸ਼ਬਦ ਇਸੇ ਭਾਵ ਵਿੱਚ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਦੀ ਜਾਚਕ ਹਾਂ। ਜੇ ਕੋਈ ਹੋਰ ਵੀਰ ਭੈਣ ਹੋਰ ਕੋਈ ਇਨਪੁਟ ਪਾਣਾ ਚਾਹੁੰਦੇ ਹਨ ਤਾਂ ਪਾ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦੱਸਿਆ ਗਿਆ ਕਿ ਵਿਖਾਵਾ ਜਾਂ ਪਖੰਡ ਉਹਦੀ ਕੋਈ ਜਗ੍ਹਾ ਨਹੀਂ। ਜ਼ਿੰਦਗੀ ਦੇ ਕਿਸੇ ਖੇਤਰ 'ਚ ਵੀ ਵਿਖਾਵਾ ਜਾਂ ਪਖੰਡ ਜਿਹੜਾ ਉਹ ਨਾ ਤੇ ਕਾਰਗਰ ਸਾਬਤ ਹੁੰਦਾ ਹੈ ਤੇ ਨਾ ਹੀ ਪਸੰਦ ਕੀਤਾ ਜਾਂਦਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਧਾਰਮਿਕ ਖੇਤਰਾਂ ਵਿੱਚ ਵੀ ਔਰ ਸਾਡੇ ਧਰਮ ਸਥਾਨਾਂ ਤੇ ਵੀ ਕਈ ਕੰਮ ਅਸੀਂ ਇਹੋ ਜਿਹੇ ਕਰਦੇ ਹਾਂ। ਚਲੋ ਜੀ ਸਥਾਨ ਦੀ ਗੱਲ ਨਾਲ ਲਈਏ, ਇੰਡੀਵਿਜੂਅਲ ਤੌਰ ਤੇ ਅਸੀਂ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਦੇ ਲਈ ਕਈ ਇਹੋ ਜਿਹੇ ਬਾਹਰੀ ਕਰਮ ਕਰਦੇ ਹਾਂ, ਪਰ ਅੰਦਰੋਂ ਅਸੀਂ ਗੁਰੂ ਨਾਲ, ਬਾਣੀ ਨਾਲ ਨਹੀਂ ਜੁੜੇ ਹੁੰਦੇ, ਜਾਂ ਸਾਡਾ ਜਿਹੜਾ ਅਸਲ ਜੀਵਨ ਹੈ, ਜੋ ਸਾਡਾ ਪ੍ਰੈਕਟੀਕਲ ਜੀਵਨ ਹੈ, ਉਹ ਜੋ ਗੁਰਬਾਣੀ ਕਹਿੰਦੀ ਉਹ ਨਹੀਂ ਹੁੰਦਾ। ਅਸੀਂ ਬਾਹਰੋਂ ਦਿਖਾਵੇ ਲਈ, ਚਾਹੇ ਉਹ ਪਹਿਰਾਵਾ ਹੋਵੇ ਜਾਂ ਸਾਡੇ ਕੋਈ ਮੋਮੋ ਠਗੜੀਆਂ ਗੱਲਾਂ ਹੋਣ ਜਾਂ ਕੁਝ ਵੀ ਹੋਰ ਐਸਾ ਐਕਸ਼ਨ ਹੋਵੇ, ਉਹ ਕੇਵਲ ਦਿਖਾਵੇ ਲਈ ਹੁੰਦਾ, ਅੰਦਰੋਂ ਸੱਚਾ ਨਹੀਂ ਹੁੰਦਾ। ਜਦ ਕਿ ਗੁਰਬਾਣੀ ਦੇ ਵਿੱਚ ਦਿਖਾਵੇ ਨੂੰ ਜਾਂ ਇਸ ਕਰਮ ਕਾਂਡ ਨੂੰ ਬੜਾ ਜ਼ਬਰਦਸਤ ਗੁਰੂ ਮਹਾਰਾਜ ਨੇ ਝੰਜੋੜਿਆ, ਔਰ ਇੱਥੋਂ ਤੱਕ ਕਿ ਵਿਖਾਵਾ ਕਰਨ ਵਾਲਿਆਂ ਨੂੰ ਬਗਲੇ ਦਾ ਨਾਂ ਦਿੱਤਾ। ਔਰ ਚੰਗੀ ਬਿਰਤੀ ਹੰਸ ਹੈ ਕਿ ਇੱਕ ਸਿੱਖ ਨੇ ਬਗਲਾ ਨਹੀਂ ਹੋਏ ਹੰਸ ਬਣਨਾ। ਤੋ ਇਹ ਜਿਹੜੀ ਵਿਖਾਵੇ ਦੀ ਜ਼ਿੰਦਗੀ ਹੈ ਉਹ ਜਾਂ ਪਖੰਡ ਦੀ ਜ਼ਿੰਦਗੀ ਜਿਹੜੀ ਹੈ ਇਹ ਪ੍ਰਵਾਨ ਨਹੀਂ ਹੈ। ਤੋ ਭੈਣ ਜੀ ਨੇ ਬੜੇ ਅੱਛੇ ਤਰੀਕੇ ਨਾਲ ਸਾਨੂੰ ਉਸ ਤੋਂ ਪਹਿਲੇ ਜਿਹੜੇ ਸ਼ਲੋਕ ਦੀ ਸਾਡੇ ਕੋਲ ਸਵਾਲ ਆਇਆ, ਉਸ ਤੋਂ ਪਹਿਲਾ ਸ਼ਲੋਕ ਨਾਲ ਜੁੜਦਾ ਸੀ ਤੱਤੀ ਤੋਇਆ ਵਾਲਾ, ਉਹ ਰਲਾ ਕੇ ਉਹਨਾਂ ਨੇ ਖੂਬ ਐਕਸਪਲੇਨ ਕਰ ਦਿੱਤਾ ਕਿ ਗੱਲ ਇਹ ਹੈ ਕਿ ਜਿਸ ਵੇਲੇ ਮਨੁੱਖ, ਇਹ ਠੀਕ ਹੈ ਕਿ ਅਸੀਂ ਕੋਈ ਵੀ ਨਵਾਂ ਕੰਮ ਕਰਦੇ ਹਾਂ, ਪਹਿਲੇ ਸਾਡੇ 'ਚ ਬੜਾ ਚਾਅ ਹੁੰਦਾ, ਅਸੀਂ ਤੁਰਦੇ ਹਾਂ, ਪਰੰਤੂ ਉਸ ਕੰਮ ਕਰਦਿਆਂ ਫਿਰ ਜਿਸ ਸਾਡੇ ਮਨ ਦੇ ਵਿੱਚ ਕੋਈ ਦਵੈਸ਼ ਭਾਵਨਾ ਆ ਜਾਂਦੀ ਹੈ ਜਾਂ ਸਾਡੇ ਮਨ 'ਚ ਕੋਈ ਬੇਈਮਾਨੀ ਆ ਜਾਂਦੀ ਹੈ, ਤਾਂ ਅਸੀਂ ਉਹ ਕੰਮ ਤਾਂ ਕਰੀ ਜਾਂਦੇ ਹਾਂ, ਪਰ ਉਹ ਕੰਮ ਦਾ ਜਿਹੜਾ ਸਹੀ ਰਿਜ਼ਲਟ ਆਉਣਾ ਚਾਹੀਦਾ ਸੀ ਉਹ ਨਹੀਂ, ਅਸੀਂ ਕਈ ਵਾਰੀ ਪੁੱਠੇ ਪਾਸੇ ਪੈ ਜਾਂਦੇ ਹਾਂ। ਭਾਵੇਂ ਇਹ ਕੋਈ ਵਪਾਰ ਦੀ ਗੱਲ ਹੋਵੇ ਜਾਂ ਰਿਸ਼ਤੇਦਾਰੀ ਦੀ ਗੱਲ ਹੋਵੇ। ਤੋ ਖੈਰ ਮੁੱਕਦੀ ਗੱਲ ਇਹ ਹੈ ਕਿ ਅਸੀਂ ਇਸ ਅੱਜ ਦੇ ਇਸ ਸ਼ਲੋਕ ਜਿਹੜਾ ਜਿਹਦੀ ਵਿਆਖਿਆ ਹੋਈ ਹੈ, ਉਹਦੇ ਤੋਂ ਜਿਹੜੀ ਗੱਲ ਪੱਲੇ ਬੰਨਣ ਵਾਲੀ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਅੰਦਰੋਂ ਬਾਹਰੋਂ ਨਿਰਮਲ ਹੋਣੀ ਚਾਹੀਦੀ ਹੈ। ਜੈਸਾ ਕਿ ਅਸੀਂ ਆਨੰਦ ਸਾਹਿਬ ਵਿੱਚ ਰੋਜ਼ ਪੜ੍ਹਦੇ ਹਾਂ, ਜੀਓ ਮੈਲੇ ਬਾਹਰੋਂ ਨਿਰਮਲ ਨਾ ਹੋਣ, ਜੀਓ ਤੋਂ ਮੈਲੇ, ਜੀਓ ਨਿਰਮਲ ਬਾਹਰੋਂ ਨਿਰਮਲ, ਇਹ ਅਵਸਥਾ ਜਿਹੜੀ ਹੈ ਉਹ ਸਾਨੂੰ ਹੋਣੀ ਚਾਹੀਦੀ ਹੈ। ਇਸ ਪਾਸੇ ਸਾਡਾ ਜੋ ਸਫ਼ਰ ਹੈ ਉਹ ਚੱਲਣਾ ਚਾਹੀਦਾ। ਤੋ ਧੰਨਵਾਦ ਆਪ ਜੀ ਦਾ। ਤੋ ਸਾਧ ਸੰਗਤ ਜੀ, ਮੈਂ ਆਸ ਕਰਦਾ ਕਿ ਇਸ ਉੱਤਰ ਦੇ ਨਾਲ ਜਿਸ ਵੀਰ ਸੁਰਜੀਤ ਸਿੰਘ ਜੀ ਨੇ ਸਾਨੂੰ ਇਹ ਸਵਾਲ ਭੇਜਿਆ ਸੀ ਉਹਨਾਂ ਨੂੰ ਤਸੱਲੀ ਹੋਏਗੀ, ਨਹੀਂ ਤਾਂ ਫਿਰ ਕਿਰਪਾ ਕਰਕੇ ਦੁਬਾਰਾ ਸਾਨੂੰ ਲਿਖ ਸਕਦੇ ਨੇ। ਤੋ ਆਓ ਸਾਧ ਸੰਗਤ ਜੀ, ਅਗਲਾ ਜਿਹੜਾ ਸ਼ਬਦ ਇੱਕ ਹੋਰ ਸਵਾਲ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 356 ਤੇ ਸ਼ਬਦ ਲੰਬਾ ਹੈ ਜੀ, ਏਕ ਨਾ ਭਰੀਆ ਤੋਂ ਸ਼ੁਰੂ ਹੋ ਕੇ ਆਪਣੇ ਖਸਮ ਸਮਾਵੈ। ਤੋ ਉਹਨਾਂ ਦਾ ਸਵਾਲ ਇਹ ਹੈ ਕਿ ਅਖੀਰ ਤੇ ਆ ਕੇ 26 ਅੰਕ ਲਿਖਿਆ ਔਰ ਉਸ ਤੋਂ ਬਾਅਦ ਲਿਖਿਆ ਰਹਾਓ। ਉਹ ਸ਼ਾਇਦ ਇਸ ਗੱਲ ਨੂੰ ਕਨਫਿਊਜ਼ ਹੋ ਰਹੇ ਕਿ ਅਖੀਰ ਤੇ ਆ ਕੇ ਰਹਾਓ ਕਿਵੇਂ ਆ ਗਿਆ। ਮੈਂ ਬੇਨਤੀ ਕਰ ਰਿਹਾ ਵੀਰ ਜਗੀਰ ਸਿੰਘ ਜੀ ਨੂੰ, ਬਈ ਇਹ ਜਿਹੜਾ ਕਨਫਿਊਜ਼ਨ ਹੈ ਇਹ ਕਿਰਪਾ ਕਰਕੇ ਇਹ ਦੱਸੋ ਵੀ ਕੀ ਹੋਣਾ ਚਾਹੀਦਾ। ਵੀਰ ਜਗੀਰ ਸਿੰਘ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੇ 356 ਅੰਕ ਦੇ ਉੱਪਰ ਆਸਾ ਰਾਗ ਦੇ ਵਿੱਚ ਇਹ ਸ਼ਬਦ ਹੈਗਾ ਜੀ, ਏਕ ਨਾ ਭਰੀਆਂ ਗੁਣ ਕਰ ਧੋਵਾਂ, ਮੇਰਾ ਸਹਿ ਜਾਗੇ ਹੋਂ ਨਿਸਪਰ ਸੋਵਾਂ। ਇਸ ਤੋਂ ਬਾਅਦ ਇੱਕ ਲਿਖਿਆ ਹੋਇਆ, ਇਹ ਪਹਿਲਾ ਪਦਾ ਆ ਜਾਂਦਾ ਜੀ ਇਸ ਸ਼ਬਦ ਦਾ। ਕਿਉਂ ਕਰ ਕੰਤ ਪਿਆਰੀ ਹੋਵਾਂ, ਸਹਿ ਜਾਗੇ ਹੋਂ ਨਿਸਪਰ ਸੋਵਾਂ। ਇਸ ਤੋਂ ਬਾਅਦ ਇੱਕ ਲਿਖ ਕੇ ਰਹਾਉ ਲਿਖਿਆ ਹੋਇਆ। ਇਸ ਤਰ੍ਹਾਂ ਇਹਦੇ 4 ਪਦੇ ਹੋਰ ਨੇ। ਲਾਸਟ ਵਾਲਾ ਰਹਾਉ ਦਾ ਪਦਾ ਹੈਗਾ, ਤੋ ਨਾਨਕ ਕੰਤੇ ਮਨ ਭਾਵੈ, ਛੋੜ ਬੜਾਈ ਆਪਣੇ ਖਸਮ ਸਮਾਵੈ। ਇਸ ਤੋਂ ਬਾਅਦ ਫਿਰ ਇੱਕ ਲਿਖਿਆ ਹੋਇਆ, ਫਿਰ ਰਹਾਉ ਲਿਖਿਆ, ਫਿਰ 26 ਲਿਖਿਆ ਹੋਇਆ। ਹੁਣ ਸਵਾਲ ਇਹ ਹੈਗਾ ਵੀ ਇਹ 26 ਕਿਉਂ ਲਿਖਿਆ ਹੋਇਆ, ਇੱਕ ਕਿਉਂ ਲਿਖਿਆ ਹੋਇਆ ਜੀ। ਹੁਣ ਇਸ ਸ਼ਬਦ ਦੇ ਵਿੱਚ ਜੀ 4 ਰਹਾਉ ਹਨ ਤੇ 4 ਹੀ ਪਦੇ ਹਨ ਜੀ। ਹਰ ਰਹਾਉ ਤੋਂ ਪਹਿਲਾਂ ਇੱਕ ਲਿਖਿਆ ਹੋਇਆ। ਇੱਕ ਰਹਾਉ ਦਾ ਅਰਥ ਹੈ ਕਿ ਰਹਾਉ ਦਾ ਇਹ ਇੱਕ ਪਦਾ ਦੂਜਿਆਂ ਪਦਿਆਂ ਨਾਲੋਂ ਵੱਖਰਾ ਹੈ। ਇਹ ਰਹਾਉ ਦੇ ਅੰਕ ਦਾ ਸ਼ਬਦ ਵਾਲੇ ਦੂਜੇ ਪਦਿਆਂ ਨਾਲ ਕੋਈ ਸੰਬੰਧ ਨਹੀਂ ਹੁੰਦਾ ਜੀ। ਗੁਰਬਾਣੀ ਵਿੱਚ ਰਹਾਉ ਸ਼ਬਦ ਦੇ ਅੰਤ ਵਿੱਚ, ਮੱਧ ਵਿੱਚ ਜਾਂ ਅੰਤ ਵਿੱਚ, ਆਰੰਭ ਵਿੱਚ ਵੀ, ਮੱਧ ਵਿੱਚ ਵੀ ਤੇ ਅੰਤ ਵਿੱਚ ਵੀ ਆ ਸਕਦਾ ਹੈ, ਆਉਂਦਾ ਹੈਗਾ ਜੀ। ਕੋਈ ਇਹਦੀ ਬੰਦਸ਼ ਨਹੀਂ ਹੈ ਜੀ। ਰਹਾਉ ਵਾਲੇ ਪਦ ਦੀਆਂ 1 ਤੁਕ ਵੀ ਹੋ ਸਕਦੀ ਹੈ, 2 ਤੁਕਾਂ ਵੀ ਹੋ ਸਕਦੀਆਂ ਨੇ ਤੇ 3 ਤੁਕਾਂ ਤੇ 4 ਤੁਕਾਂ ਵੀ ਹੋ ਸਕਦੀਆਂ ਨੇ। ਇਹ ਜੀ ਵੀ ਕੋਈ ਬੰਦੇ ਨਹੀਂ ਹੈ ਜੀ। ਰਹਾਉ ਵਾਲੀ ਪਦ ਦੀ 1 ਵੀ ਤੁਕ ਹੋ ਸਕਦੀ ਹੈ, 2 ਵੀ ਹੋ ਸਕਦੀਆਂ, 3 ਵੀ ਹੋ ਸਕਦੀਆਂ ਨੇ ਜੀ। ਹੁਣ ਇਸ ਸ਼ਬਦ ਦੇ ਵਿੱਚ ਜਿੰਨੇ, ਕਿਸੇ ਵੀ ਸ਼ਬਦ ਵਿੱਚ ਜਿੰਨੇ ਪਦ ਹੁੰਦੇ ਨੇ ਉਹਨਾਂ ਦੇ ਅਲੱਗ-ਅਲੱਗ ਨੰਬਰ ਹੁੰਦੇ ਨੇ। ਪਹਿਲੇ ਪਦ ਦਾ 1 ਨੰਬਰ, ਦੂਜੇ ਦਾ 2 ਨੰਬਰ, ਤੀਜੇ ਦਾ 3 ਨੰਬਰ, ਚੌਥੇ ਦਾ 4 ਨੰਬਰ। ਤੇ ਇਸ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਦੇ ਲਾਸਟ ਦੇ ਵਿੱਚ ਲਿਖਿਆ ਜੀ 26 ਨੰਬਰ, 26 ਨੰਬਰ ਪਾਇਆ ਹੋਇਆ। ਇਹਦਾ ਮਤਲਬ ਇਹ ਹੈ ਵੀ ਇਹ ਗੁਰੂ ਨਾਨਕ ਦੇਵ ਜੀ ਦਾ ਸਭੀਮਨ ਸ਼ਬਦ ਹੈਗਾ ਜੀ। ਹੁਣ ਰਾਗਾਂ ਦੇ ਸਾਰੇ ਸ਼ਬਦਾਂ ਦੇ ਅੰਤ ਵਿੱਚ, ਰਾਗ ਦੇ ਕੋਈ ਵੀ ਰਾਗ ਹੋਵੇ ਜੀ, ਸਾਰੇ ਸ਼ਬਦਾਂ ਦੇ ਅੰਤ ਵਿੱਚ ਜਿੱਥੇ ਸ਼ਬਦ ਖਤਮ ਹੋ ਜਾਣ, ਸਾਰੇ ਅਸ਼ਟਪਦੀਆਂ ਸ਼ੁਰੂ ਹੋ ਜਾਣ ਜਾਂ ਹੋਰ ਕੋਈ ਬਾਣੀ ਸ਼ੁਰੂ ਹੋ ਜਾਵੇ, ਉੱਥੇ ਜਿਹੜਾ ਪਹਿਲਾ ਅੰਕ ਆਇਆ ਹੁੰਦਾ ਹੈ ਉਹ ਪਦੇ ਦਾ ਹੁੰਦਾ ਵੀ ਇਹ ਪਹਿਲਾ ਪਦ ਕਿੰਨੇ ਪਦੇ ਨੇ ਇਹਦੇ ਵਿੱਚ ਜੀ। ਜੇ 4 ਪਦੇ ਨੇ ਤਾਂ ਲਾਸਟ 4 ਲਿਖਿਆ ਹੋਊ, ਜੇ 5 ਪਦੇ ਨੇ ਤਾਂ ਲਾਸਟ ਦੇ 5 ਲਿਖਿਆ ਹੋਊ। ਪਹਿਲਾ ਅੰਕ ਜਿਹੜਾ ਹੈਗਾ ਉਹ ਪਦੇ ਨੂੰ ਸੰਬੋਧਨ ਕਰਦਾ ਹੈਗਾ ਜੀ। ਜਿਹੜਾ ਦੂਸਰਾ ਅੰਕ ਹੁੰਦਾ ਉਹ ਜਿੰਨੇ ਸ਼ਬਦ ਆਏ ਹੁੰਦੇ ਨੇ ਉਹਦਾ ਉਹ ਨੰਬਰ ਹੁੰਦਾ ਜੀ। ਖਾਲੀ ਕਰੋ 5ਵਾਂ ਸ਼ਬਦ ਆ ਤਾਂ ਉੱਥੇ 5 ਲਿਖਿਆ ਹੋਏਗਾ ਜੀ। ਜਿਹੜਾ ਤੀਜਾ ਅੰਕ ਹੈ ਉਹ ਸਾਰੇ ਰਾਗਾਂ ਦੇ, ਸਾਰੇ ਗੁਰੂ ਸਾਹਿਬਾਨ ਦੇ ਸਾਰੇ ਸ਼ਬਦਾਂ ਦਾ ਜੋੜ ਹੁੰਦਾ। ਜਿੰਨੇ ਵੀ ਗੁਰੂ ਸਾਹਿਬ ਦੀ ਉਸ ਸ਼ਬਦ ਦੇ, ਉਸ ਰਾਗ ਦੇ ਵਿੱਚ ਸ਼ਬਦ ਆਏ ਨੇ, ਚਾਹੇ ਗੁਰੂ ਨਾਨਕ ਸਾਹਿਬ ਜੀ ਦੇ ਹੋਣ, ਚਾਹੇ ਗੁਰੂ ਅਮਰਦਾਸ ਜੀ ਦੇ ਹੋਣ, ਚਾਹੇ ਗੁਰੂ ਰਾਮਦਾਸ ਜੀ ਦੇ ਹੋਣ, ਚਾਹੇ ਗੁਰੂ ਅਰਜਨ ਦੇਵ ਜੀ ਦੇ ਹੋਣ ਤੇ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਦੇ ਹੋਣ, ਜਿੰਨੇ ਵੀ ਸ਼ਬਦ ਹੁੰਦੇ ਨੇ ਉਹਨਾਂ ਸਾਰਿਆਂ ਦਾ ਕੁੱਲ ਜੋੜ ਜਿਹੜਾ ਹੁੰਦਾ ਉਹ ਫਿਰ ਲਾਸਟ ਦੇ ਵਿੱਚ ਲਿਖਿਆ ਹੁੰਦਾ ਹੈਗਾ ਜੀ। ਹੁਣ ਜਿਵੇਂ ਅੰਕ ਨੰਬਰ 220 ਦੇ ਉੱਪਰ ਲਿਖਿਆ ਹੋਇਆ ਜੀ, ਪਹਿਲਾਂ 2, ਫਿਰ 2 ਖੜੀਆਂ ਲੈਣਾ, ਫਿਰ 9, ਫਿਰ 2 ਖੜੀਆਂ ਲੈਣਾ, ਫਿਰ 251, ਫਿਰ 2 ਖੜੀਆਂ ਲੈਣਾ। ਹੁਣ ਪਹਿਲਾ 2 ਦਾ ਮਤਲਬ ਇਹ ਹੈ ਵੀ ਇਸ ਸ਼ਬਦ ਵਿੱਚ 2 ਪਦੇ ਨੇ। 9 ਦਾ ਮਤਲਬ ਇਹ ਹੈ ਕਿਉਂਕਿ ਲਾਸਟ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ, ਇਹਦੇ ਵਿੱਚ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ 9ਵਾਂ ਸ਼ਬਦ ਹੈ ਇਹ ਜੀ। ਤੇ ਅੱਗੇ ਲਾਸਟ ਦੇ ਵਿੱਚ ਲਿਖਿਆ ਹੋਇਆ 251। ਇਹਦਾ ਮਤਲਬ ਹੈ ਇਸ ਰਾਗ ਦੇ ਵਿੱਚ ਸਾਰੇ ਗੁਰੂ ਸਾਹਿਬਾਨ ਦੇ ਕੁੱਲ 251 ਸ਼ਬਦ ਹਨ। ਇਸ ਤਰ੍ਹਾਂ ਇਹਨਾਂ ਸ਼ਬਦਾਂ ਦਾ ਹਿਸਾਬ ਕਿਤਾਬ ਹੁੰਦਾ। ਇਹਦਾ ਸਾਨੂੰ ਬੜਾ ਫਾਇਦਾ ਹੈਗਾ, ਇਹਦੇ 'ਚ ਮਿਲਾਵਟ ਵੀ ਨਹੀਂ ਹੋ ਸਕਦੀ ਹੈਗੀ। ਇਸ ਤਰ੍ਹਾਂ ਇਹ ਸ਼ਬਦਾਂ ਦੇ ਜਿਹੜੇ ਹੈਗੇ ਨੇ ਅੰਕ ਜਿਹੜੇ ਹੈਗੇ ਨੇ ਉਹ ਸ਼ਬਦਾਂ ਦੇ ਵਿੱਚ ਆਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ ਕੀਤੀ ਗਈ ਤਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਹੀ ਯੂਨੀਕ ਸਿਸਟਮ ਇਹ ਅਪਲਾਈ ਕੀਤਾ ਹੈ, ਜਿਹੜਾ ਹਰੇਕ ਸ਼ਬਦ ਦੇ ਅਖੀਰ ਤੇ, ਜਿਵੇਂ ਵੀਰ ਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਪਰਟੀਕੂਲਰ ਸ਼ਬਦ ਜਿਹੜਾ ਚੱਲ ਰਿਹਾ ਹੈ ਉਹਦੇ ਕਿੰਨੇ ਪਦੇ ਨੇ, ਫਿਰ ਉਸ ਤੋਂ ਬਾਅਦ ਉਸ ਗੁਰੂ ਸਾਹਿਬਾਨ ਦੇ ਕਿੰਨਵਾਂ ਸ਼ਬਦ ਹੈ, ਔਰ ਉਸ ਤੋਂ ਅੱਗੇ ਟੋਟਲ ਭਾਵ ਜੇ ਇਹ ਚੌਥੇ ਗੁਰੂ ਸਾਹਿਬਾਨ ਦਾ ਸ਼ਬਦ ਹੈ ਤਾਂ ਉਸ ਤੋਂ ਪਹਿਲੇ ਅਗਰ ਪਹਿਲੇ ਤੀਜੇ ਗੁਰੂ ਸਾਹਿਬਾਨ ਦੇ ਸ਼ਬਦ ਹਨ ਉਸ ਰਾਗ ਵਿੱਚ ਤਾਂ ਉਹਨਾਂ ਨੂੰ ਨਾਲ ਮਿਲਾ ਕੇ ਪ੍ਰੋਗਰੈਸਿਵ ਟੋਟਲ ਅਖੀਰ ਤੇ ਆਉਂਦਾ। ਔਰ ਇਸੇ ਤਰ੍ਹਾਂ ਕਈ ਤਰ੍ਹਾਂ ਦੀਆਂ ਹੋਰ ਇੰਡੀਕੇਸ਼ਨ ਜਿਹੜੀਆਂ ਨੇ ਇਹਨਾਂ ਫਿਗਰਸ ਵਿੱਚ ਜਿਹੜੀ ਗਾਇਬ ਬਗੈਰ ਡਿਸਕਸ ਹੁੰਦੀਆਂ ਨੇ ਉਹ ਆਉਂਦੀਆਂ ਨੇ। ਫਿਰ ਗੁਰੂ ਅਰਜਨ ਸਾਹਿਬ ਜੀ ਦੀ ਬਹੁਤ ਹੀ ਯੂਨੀਕ ਐਡੀਟਿੰਗ ਸਿਸਟਮ ਸੀ, ਜਿਹੜਾ ਕਿ ਨਾ ਤਾਂ ਪਹਿਲਾਂ ਕਦੀ ਹੋਇਆ ਸੀ ਤੇ ਨਾ ਹੁਣ 4 ਸਦੀਆਂ ਬੀਤ ਗਈਆਂ ਨੇ
ਕਿਸੇ ਹੋਰ ਗ੍ਰੰਥ ਨੇ ਜਾਂ ਕਿਸੇ ਹੋਰ ਰਾਈਟਰ ਨੇ ਜੋ ਸਿਸਟਮ ਗੁਰੂ ਸਾਹਿਬ ਨੇ ਵਰਤਿਆ ਪੰਜਵੇਂ ਪਾਤਸ਼ਾਹ ਨੇ, ਉਹ ਅੱਜ ਤੱਕ ਕਿਸੇ ਨੇ ਕਾਪੀ ਨਹੀਂ ਕੀਤਾ। तो ਇਹ ਇੱਕ ਬੜਾ ਯੂਨੀਕ ਸਿਸਟਮ ਹੈ ਜਿਹਦੇ ਨਾਲ ਬਾਣੀ ਦੇ ਵਿੱਚ ਕੋਈ ਰਲਗੜ ਨਹੀਂ ਹੋ ਸਕਦਾ। ਜੇ ਪਦਿਆਂ ਦਾ ਜੋੜ ਦਿੱਤਾ ਹੈ ਤੇ ਕੋਈ ਕੱਲ ਨੂੰ ਇਹ ਨਹੀਂ ਹੋ ਸਕਦਾ ਕਿ ਵਿੱਚ ਕੋਈ ਹੋਰ ਆਪਣਾ ਪੈਰਾ ਬਣਾ ਕੇ ਵਿੱਚ ਇਨਸਰਟ ਕਰ ਦੇ, ਜਾਂ ਸ਼ਬਦਾਂ ਦਾ ਜੋੜ ਹੈ ਵਿੱਚ ਕੋਈ ਹੋਰ ਸ਼ਬਦ ਲਾ ਦੇਵੇ, ਇਹ ਪੋਸੀਬਲ ਨਹੀਂ। तो इस करके सानू ये बारे पता भी होना चाहिए, जागरूक भी होना चाहिए। पर मैं फिर एक बार रिपीट कर रहा कि गुरु अर्जन साहब जी की ये जी एडिटिंग सिस्टम है कि अखीर ते आके ये कीज जड़ियाँ लाइया ने नंबरिंग फिगर दियाँ कीज, ये बहुत ही यूनीक ने। तो वीर जी ने दसिया, जगजीत सिंह जी आप जी का बहुत बहुत धन्यवाद है। तो ये जिन्होंने वीर जी ने शब्द भेजे उन्होंने भी धन्यवाद है बई, तां जे निक्की निक्की गल जिहड़ी है वो सानू समझ पैंदी जाए। तो धन्यवाद। ग्रुप चैट में जो पहले शब्द सीगा भैन जी ने किया, मनिंदर कौर जी ने, जिहदे मैं बेनती की सी, उन्होंने दसिया कि बाहरी दिखावे की गल नहीं। तो डॉक्टर कृपाल सिंह जी ने ग्रुप चैट लिखा कि फ्रीक्वेंट मल्टीपल खंड पास आर गुड एग्जाम्पल्स ऑफ फ्रूटलैस एक्टिविटी, नो वन इज देयर ऑफन टू लिसन गुरबाणी सैडली। वो कहते बड़े अफसोस की गल है कि खंड पाठां दी लड़ियां चलदियां ने तां केवल बहुती थां ते पाठी सिंह पाठ कर रहे हुंदे ने, सुनन वाले ने। तो गल तां इह है भी सुनने भी चाहिदी है, पर उस तो अगला स्टैप जिहड़ा सुन के समझना भी चाहिए। ते समझिया तां ही जा सकदा है जी आपां सहज नाल पाठ करिए। तो रहत मर्यादा इसे करके सानू हदायत है कि हरेक सिख अपना सहज पाठ जारी रखे, भावें क्यों ना एक पन्ना ही रोज कर सके, 2 कर सके, 10 कर सके, पर सहज पाठ सहजे सहजे समझ के करिए। हुण तां साध संगत जी साडे कोल भंडार है, टीके भी बड़े आ गए ने, और हुण ते साडे मोबाइलों में टैबलेट्स में भी सानू सब कुछ मिल जाता है। तो पाठ करदे हां जिस वेले भी किसी अखर की नहीं समझ आती, उहदी आपां समझ करके अगे चलीए तां बहुत वधिया है। डॉक्टर साहब धन्यवाद आप जी का इनपुट देने लई। तो आपां अगले सवाल वाल चलते हैं। अगला सवाल है कि डॉक्टर सुरिंदर सिंह जी वालों कि थाल विच 3 वस्तु पईओ 7 संतोख विचारो। भी ये जिहड़ा शब्द है या ये जिहड़ी थाल की गल आई है, ये हिरदे रूप थाल है या श्री गुरु ग्रंथ साहब जी ने थाल आख्या है? तो इसदा उत्तर जिहड़ा मैं बेनती कर रहा कि सानू खोल के दसणगे प्रिंसीपल सुरिंदर सिंह। वाहिगुरू जी का खालसा, वाहिगुरू जी की फतेह। शब्द रूपी थाल रूपी जिहड़ा शब्द है थाल, श्री गुरु ग्रंथ साहिब महाराज वास्ते है या हिरदे रूपी थाल वास्ते, इस गल नूं समझण लई सानू इस दे हैडिंग तो गल शुरू करनी पवेगी। क्योंकि धन गुरु अर्जन देव जी महाराज ने इस शब्द का हैडिंग जो दिता है मुंदावणी महला पंजवां। जदों असीं मुंदावणी शब्द नूं लभण की कोशिश करते हैं, पहले नंबर ते तां हैडिंग दे विच उच्चारण सही होवे भी मुंदा बनी दद्दे नाल है। कई बार असीं आम तौर ते इहदा उच्चारण धद्दे नाल ही कर दिंदे हां। ते भाई साहब भाई कान सिंह जी नाभा ने गुरमत मारतंड भाग दूजा दे पन्ना 777 ते जो मुंदावणी का अर्थ लिखा है कि संस्कृत के शब्द मुद्रण का रूप है, जिसका अर्थ है मुंदना, बंद करना, छापना, भाव मोहर छाप लानी। अगों डिटेल नाल लिखते हैं कि पुरातन समय दे विच भारत देश के राजे महाराजा नूं जदों भोजन दिता जाता सी, कोई उन्हां खाने विच जहर ना पा जावे, इसलिए रसोई का दरोगा जां शाही वैद सब तो पहला सारे देगचियां दे विचों सब्जी आदि कढ़ के जां जो लंगर तैयार किया गया वो आप टच करता सी अपनी जीभ दे नाल ते चैक करके फिर उन्हां सारे देगचियां नूं बंद करके उत्ते मोहर छाप ला दित्ती जाती सी। ते जदों खाने का टाइम बादशाह का हुंदा सी, शाही वैद की हाज़री दे विच वो स्टैंप लगी हुई मोहर जिहड़ी है उहदा खोलिया जाता सी मूँह, ते फिर उहदे लई खाना तैयार करके उत्ते कपड़े दे नाल ढक के कपड़े दे उत्ते भी मोहर ला दित्ती जाती सी, जो बादशाह दे खाण समय शाही दरोगा जिहड़ा हुंदा सी जां इंचार्ज हुंदा सी रसोई दा, वो खोलदा सी ते फिर वो बादशाह नूं खिलाया जांदा सी। सो भाई साहब भाई कान सिंह जी नाभा लिखते हैं कि सतगुरु सच्चे पातशाह ने भी
ਸੰਸਾਰ ਦੀ ਭੁੱਖ ਦੂਰ ਕਰਨ ਦੇ ਲਈ ਜੋ ਖਾਣਾ ਸੰਸਾਰ ਦੇ ਲਈ ਤਿਆਰ ਕੀਤਾ, ਉਹਦੇ ਲਾਸਟ ਵਿੱਚ ਜਾ ਕੇ ਆਪਣੀ ਮੋਹਰ ਲਾ ਦਿੱਤੀ। ਇਹ ਮੁੰਦਾਵਣੀ ਸ਼ਬਦ ਜਿਹੜਾ ਹੈ ਮੋਹਰ ਦਾ ਸੂਚਕ ਹੈ, ਪਰ ਇਹਦੇ ਵਿੱਚ ਖਾਣਾ ਜਿਹੜਾ ਹੈ ਕੀ ਤਿਆਰ ਕੀਤਾ ਗਿਆ ਉਹ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਉਹ ਥਾਲ ਕਿਹੜਾ ਹੈ, ਇਹ ਥਾਲ ਸ਼ਬਦ ਕਿਹਦੇ ਲਈ ਵਰਤਿਆ ਗਿਆ। ਸੋ ਗੁਰਬਾਣੀ ਦੇ ਵਿੱਚ ਜਿੱਥੋਂ ਤੱਕ ਮੈਂ ਜੇ ਗਲਤ ਨਾ ਹੋਵਾਂ ਖੋਜ ਕੀਤੀ ਵੀ 2 ਵਾਰੀ ਮੁੰਦਾਵਣੀ ਸ਼ਬਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਰਤਿਆ ਹੈ, ਤੇ 1 ਵਾਰੀ ਇਹ ਮੁੰਦਾਵਣੀ ਸ਼ਬਦ ਜੋ ਹੈ ਤਰਤੀਬ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਦਸ਼ਮੇਸ਼ ਪਿਤਾ ਸਰਬੰਸਤਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਬਣਾਈ ਹੋਈ ਅਪਣਾਈ ਹੋਈ ਇਸੇ ਤਰਤੀਬ ਨੂੰ ਕਾਇਮ ਰੱਖਦੇ ਹੋਏ ਉਹਨਾਂ ਨੇ ਸਾਰੀ ਬਾਣੀ ਜਿਹੜੀ ਹੈ ਮੁੰਦਾਵਣੀ ਤੋਂ ਪਹਿਲਾਂ ਦਰਜ ਕਰਕੇ ਤੇ ਲਾਸਟ ਦੇ ਵਿੱਚ ਮੁੰਦਾਵਣੀ ਸ਼ਬਦ ਜਿਹੜਾ ਸੀ ਇਹ ਪੂਰੇ ਦਾ ਪੂਰਾ ਉਸੇ ਤਰ੍ਹਾਂ ਹੀ ਐਡਜਸਟ ਕਰ ਦਿੱਤਾ। ਸੋ ਇਹ ਮੁੰਦਾਵਣੀ ਸ਼ਬਦ ਦੇ ਆਮ ਤੌਰ ਤੇ 3 ਵਾਰ ਵਰਤੋਂ ਜਿਹੜੀ ਹੈ ਉਹ ਕੀਤੀ ਗਈ ਹੈ, ਜਿਹਦੇ ਵਿੱਚ ਗੁਰੂ ਅਮਰਦਾਸ ਜੀ 645 ਪੰਨੇ ਸੋਰਠਕੀ ਵਾਰ ਦੇ ਵਿੱਚ ਲਿਖਦੇ ਹਨ। ਥਾਲੇ ਵਿੱਚ 3 ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ, ਜਿਤ ਖਾਧੇ ਮਨ ਤ੍ਰਿਪਤੀ ਹੈ, ਪਾਈਏ ਮੋਖ ਦੁਆਰ। ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀ ਹੈ, ਸਵਾਲ ਹੈ, ਸਦਾ ਰੱਖੀਏ ਉਰਧਾਰ। ਇਹ ਮੁੰਦਾਵਣੀ ਸਤਿਗੁਰ ਭਾਈ, ਗੁਰਸਿੱਖਾਂ ਲੱਤੀ ਭਾਲ। ਨਾਨਕ ਜਿਸ ਬੁਝਾਏ ਸੋ ਬੁਝ ਸੀ, ਹਰ ਪਾਇਆ ਗੁਰਮੁਖ ਘਾਲ। ਇਹ ਸ਼ਬਦ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ, ਇਹਦੇ ਵਿੱਚ 2 ਵਾਰੀ ਮੁੰਦਾਵਣੀ ਸ਼ਬਦ ਆਇਆ। ਕਈ ਵਿਦਵਾਨ ਇੱਥੇ ਮੁੰਦਾਵਣੀ ਦਾ ਅਰਥ ਬੁਝਾਰਤ ਵੀ ਕਰਦੇ ਹਨ, ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਜਿਹੜਾ ਥਾਲ ਸ਼ਬਦ ਦਾ ਅਰਥ ਹੈ ਉਹ ਹਿਰਦੇ ਰੂਪੀ ਥਾਲ ਕੀਤਾ ਹੈ ਜਦੋਂ ਇਹ ਮੁੰਦਾਵਣੀ ਸ਼ਬਦ ਆਇਆ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਵਰਤਿਆ ਗਿਆ 1429 ਪੰਨੇ ਤੇ ਜੋ ਲਾਸਟ ਦੇ ਵਿੱਚ ਥਾਲ ਦਾ ਅਰਥ ਹੈ ਉਹ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਭਾਈ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਜੀ ਕਰਦੇ ਹਨ। ਜੇ ਇੱਥੇ ਹਿਰਦੇ ਰੂਪੀ ਥਾਲ ਅਸੀਂ ਕਰਾਂਗੇ ਤਾਂ ਹਿਰਦੇ ਰੂਪੀ ਥਾਲ ਤਾਂ ਕਿਸੇ ਇੱਕ ਵਿਅਕਤੀ ਤੱਕ ਹੀ ਸੀਮਤ ਹੋ ਜਾਵੇਗਾ, ਜਦ ਕਿ ਗੁਰੂ ਸਾਹਿਬ ਵੱਲੋਂ ਵਰਤੇ ਸ਼ਬਦ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸਕਾ ਹੋਏ ਉਧਾਰੋ। ਇਹ ਵਸਤ ਜੀ ਨਾ ਜਾਈ ਅਤੇ ਤਮ ਸੰਸਾਰ ਚਰਨ ਲਗ ਤਰੀਏ ਆਦਿ ਸ਼ਬਦ ਇਸ ਗੱਲ ਨੂੰ ਸੂਚਿਤ ਕਰਦੇ ਹਨ ਕਿ ਇਹ ਵਿਅਕਤੀਗਤ ਥਾਲ ਨਹੀਂ, ਹਿਰਦੇ ਰੂਪੀ ਥਾਲ ਨਹੀਂ, ਬਲਕਿ ਇੱਥੇ ਵਰਤਿਆ ਗਿਆ ਥਾਲ ਸ਼ਬਦ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲਈ ਹੀ ਵਰਤਿਆ ਗਿਆ ਹੈ। ਤੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਜੋ ਪ੍ਰਵਾਨਿਤ ਕਰਕੇ ਗੁਰੂ ਮਾਨਿਓ ਗ੍ਰੰਥ ਪੁਸਤਕ ਛਾਪੀ ਗਈ ਹੈ, ਉਹਦੇ ਸ਼ੁਰੂਆਤ ਵਿੱਚ ਹੀ ਪੰਨਾ 3 ਉੱਤੇ ਜੋ ਸ਼ਬਦ ਦੇ ਅਰਥ ਕੀਤੇ ਗਏ ਨੇ ਮੈਂ ਆਪ ਜੀ ਦੀ ਸੇਵਾ ਵਿੱਚੋਂ ਪੜ੍ਹ ਕੇ ਸੁਣਾ ਦੇਣਾ ਚਾਹੁੰਦਾ ਹਾਂ, ਕਿਉਂਕਿ ਇੱਕ ਤਾਂ ਸੰਸਥਾ ਵੱਲੋਂ ਕਾਲਜ ਵੱਲੋਂ ਪ੍ਰਵਾਨਿਤ ਸ਼ਬਦਾਵਲੀ ਹੈ, ਔਰ ਦੂਜੇ ਨੰਬਰ ਤੇ ਸਾਨੂੰ ਸਾਰਿਆਂ ਨੂੰ ਇੱਕ ਵਿਚਾਰਧਾਰਾ ਜਿਹੜੀ ਹੈ ਸੰਸਾਰ ਦੇ ਵਿੱਚ ਫੈਲਾਉਣੀ ਚਾਹੀਦੀ ਹੈ। ਇਸ ਲਈ ਇਹ ਸ਼ਬਦਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਉਚਾਰਨ ਕਰਦੇ ਨੇ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ठाकुर का पायो, जिसका सब साधारो, जे को खावै जे को भुंचै तिसका होए उधारो। ये वास्त तजी ना जाई, नित नित रख उर धारो। तम संसार चरण लग तरिए, सब नानक ब्रह्म पसारो। पन्ना 1429। ਤੇ ਅਰਥ ਕਰਦਿਆਂ ਹੋਇਆਂ ਸਾਡੀ ਕਿਤਾਬ ਦੇ ਵਿੱਚ ਛਾਪਿਆ ਗਿਆ ਮੁੰਦਾਵਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦਾ ਐਲਾਨ ਹੈ। ਖੁੱਲੇ ਜਿਹੇ ਰੂਪ ਵਿੱਚ ਇਸ ਐਲਾਨ ਦਾ ਭਾਵ ਇਹ ਹੈ ਕਿ ਸੰਸਾਰ ਨੂੰ ਤੀਬਰ ਭੁੱਖ ਲੱਗੀ ਹੋਈ ਸੀ। ਇਹ ਭੁੱਖ ਉਧਾਰ ਦੀ ਇੱਛਾ ਦੀ ਸੀ। ਹਰ ਸੰਸਾਰ ਦਾ ਹਰ ਪ੍ਰਾਣੀ ਚਾਹੁੰਦਾ ਹੈ ਕਿ ਉਸ ਦਾ ਉਧਾਰ ਹੋਵੇ। ਉਧਾਰ ਦਾ ਭਾਵ ਹੈ ਕਿ ਉਹ ਆਪਣੀ ਉੱਚਤਮ ਹੋਣੀ ਤੱਕ ਪੁੱਜ ਸਕੇ, ਜਿਹੜੀ ਸੰਭਾਵਨਾ ਉਸ ਵਿੱਚ ਰੱਖੀ ਗਈ ਹੈ। ਹਰ ਮਨੁੱਖ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਉੱਨਤੀ ਕਰੇ, ਉੱਚੇ ਤੋਂ ਉੱਚਾ ਜਾ ਸਕੇ। ਮਨੁੱਖ ਪਦਾਰਥਕ, ਸੰਸਾਰਕ, ਪਦਾਰਥਕ, ਆਰਥਿਕ, ਮਾਨਸਿਕ, ਬੌਧਿਕ ਤੇ ਆਤਮਿਕ ਉੱਨਤੀ ਚਾਹੁੰਦਾ ਹੈ। ਇਹ ਹੈ ਉਧਾਰ ਦਾ ਸਿਧਾਂਤ। ਪਰ ਸੰਸਾਰ ਵਿੱਚ ਅੰਧੇਰ ਤੇ ਅਗਿਆਨਤਾ ਹੈ, ਤਮ ਸੰਸਾਰ ਹੈ।
ਉਸ ਨੂੰ ਪਤਾ ਨਹੀਂ ਕਿ ਆਪਣੀ ਉਧਾਰ ਦੀ ਭੁੱਖ ਨੂੰ ਕਿਵੇਂ ਦੂਰ ਕਰ ਸਕਦਾ ਹੈ। ਸਾਰੇ ਸੰਸਾਰ ਵਿੱਚ ਉਧਾਰ ਦੀ ਇੱਛਾ ਹੈ, ਪਰ ਉਸ ਨੂੰ ਉਧਾਰ ਪ੍ਰਾਪਤੀ ਦੇ ਸਾਧਨਾਂ ਦਾ ਪਤਾ ਨਹੀਂ। ਸਾਰਾ ਸੰਸਾਰ ਗਿਆਨਤਾ ਤੇ ਹਨੇਰੇ ਵਿੱਚ ਭਟਕ ਰਿਹਾ ਹੈ। ਅੱਗੇ ਤੀਜੇ ਨੰਬਰ ਤੇ ਪੁਆਇੰਟ ਲਿਖਿਆ ਗਿਆ ਹੈ ਕਿ ਮੈਂ ਭਾਵ ਗੁਰੂ ਅਰਜਨ ਸਾਹਿਬ ਨੇ ਸੰਸਾਰ ਦੀ ਭੁੱਖ, ਉਧਾਰ ਦੀ ਭੁੱਖ ਦੀ ਤ੍ਰਿਪਤੀ ਲਈ ਇੱਕ ਬਹੁਮੁੱਲੇ ਖਾਣੇ ਦਾ ਥਾਲ ਤਿਆਰ ਕੀਤਾ ਤੇ ਥਾਲ ਵਿੱਚ 3 ਵਸਤੂ ਪਈਓ ਪਰੋਸ ਕੇ ਸੰਸਾਰ ਦੇ ਸਾਹਮਣੇ ਰੱਖ ਦਿੱਤਾ ਹੈ। ਇਹ ਥਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹ ਗ੍ਰੰਥ ਸੰਸਾਰ ਦੀ ਭੁੱਖ ਦੂਰ ਕਰ ਸਕਦਾ ਹੈ, ਉਸ ਨੂੰ ਉਧਾਰ ਦਾ ਰਸਤਾ ਦੱਸਦਾ ਹੈ। ਇਸੇ ਥਾਲ ਦੀ ਜੋਤ ਸਾਰੇ ਗੁਰੂਆਂ ਦੀ ਜੋਤ ਹੈ। ਮੇਰਾ ਵਿਸ਼ਵਾਸ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਜੇ ਕੋਈ ਪ੍ਰਾਣੀ ਇਸ ਥਾਲ ਵਿੱਚ ਪਰੋਸੀ ਹੋਈ ਵਸਤੂ ਨੂੰ ਖਾ ਜਾਵੇ ਤੇ ਪਚਾ ਜਾਏ, ਉਸ ਦਾ ਉਧਾਰ ਜ਼ਰੂਰ ਹੋਵੇਗਾ। ਉਹ ਉੱਚੀ ਤੋਂ ਉੱਚੀ ਆਤਮਿਕ ਅਵਸਥਾ ਤੱਕ ਪਹੁੰਚ ਸਕਦਾ ਹੈ। ਨਾਲ ਮੇਰਾ ਦਾਵਾ ਵੀ ਹੈ, ਇਹ ਵਸਤ ਜੀ ਨਾ ਜਾਈ, ਭਾਵ ਸੰਸਾਰ ਦਾ ਕਦੇ ਉਧਾਰ ਨਹੀਂ ਹੋ ਸਕਦਾ ਜੇ ਉਹ ਇਸ ਮਹਾਨ ਥਾਲ ਵਿੱਚ ਪਰੋਸੀ ਵਸਤੂ ਨੂੰ ਖਾ ਕੇ ਪਚਾ ਨਹੀਂ ਲੈਂਦਾ। ਖਾਣੀ ਵੀ ਹੈ ਪਰ ਪਚਾਣੀ ਵੀ। ਪਚਾਉਣ ਦਾ ਮਤਲਬ ਉਹਦੇ ਮੁਤਾਬਕ ਜੋ ਹੁਣੇ ਵੀਰ ਰਾਜਾ ਸਿੰਘ ਜੀ ਨੇ ਪਹਿਲਾਂ ਇਹ ਵਿਚਾਰ ਦਿੱਤੇ ਸਨ, ਇੱਕ ਤਾਂ ਕੋਈ ਮਿਲਾਵਟ ਨਾ ਪੈ ਜਾਵੇ, ਔਰ ਇੱਕ ਦੂਜੇ ਨੰਬਰ ਤੇ ਬਾਣੀ ਦੀ ਨਿਰੋਲਤਾ ਕਾਇਮ ਰਹੇ। ਇਹਦੇ ਲਈ ਬਾਣੀ ਦੇ ਮੁਤਾਬਕ ਜੀਵਨ ਵੀ ਢਾਲਣਾ ਪੈਣਾ। ਜੋ ਥਾਲ ਤਿਆਰ ਕੀਤਾ ਹੈ, ਗੱਲ ਉਸ ਦੀ ਚੱਲੀ ਹੋਈ। ਇਸ ਲਈ ਨਿਤ ਨਿਤ ਰੱਖ ਉਧਾਰੋ। ਇਸ ਗ੍ਰੰਥ ਦੀ ਚਰਨੀ ਲੱਗਣ ਨਾਲ ਹੀ ਉਧਾਰ ਹੋਣਾ ਹੈ। ਚਰਨ ਲਗ ਤਰੀਏ ਸ਼ਬਦ ਇਹ ਦਰਸਾਉਂਦਾ ਹੈ। ਥਾਲ ਵਿੱਚ ਪਈ ਵਸਤੂ ਕੀ ਹੈ? ਗੁਰੂ ਸਾਹਿਬ ਦੱਸਦੇ ਹਨ ਕਿ ਇਹ ਖਾਣਾ 3 ਚੀਜ਼ਾਂ ਦਾ ਤਿਆਰ ਕੀਤਾ ਹੈ: ਸੱਤ ਦਾ ਵਿਚਾਰ, ਸੰਤੋਖ ਦਾ ਵਿਚਾਰ ਤੇ ਅੰਮ੍ਰਿਤ ਨਾਮ ਦਾ ਵਿਚਾਰ। ਗੁਰੂ ਗ੍ਰੰਥ ਸਾਹਿਬ ਵਿੱਚ ਸਚਾਈ, ਸੰਤੋਖੀ ਜੀਵਨ ਤੇ ਨਾਮ ਭਗਤੀ ਜੀਵਨ ਦੇ ਵਿਚਾਰ ਦ੍ਰਿੜ ਕਰਵਾਏ ਗਏ ਹਨ। ਇਹ ਤਿੰਨੇ ਵਿਚਾਰ ਇਸ ਅਸੂਲ ਦੇ ਅਧੀਨ ਹਨ: ਸਭ ਨਾਨਕ ਬ੍ਰਹਮ ਪਸਾਰੋ। ਸਤ, ਸੰਤੋਖ ਤੇ ਨਾਮ ਨੇ ਸੰਸਾਰ ਦਾ ਉਧਾਰ ਕਰਨਾ ਹੈ ਤੇ ਉਸ ਦੀ ਭੁੱਖ ਤ੍ਰਿਪਤ ਕਰਨੀ ਹੈ। ਇਹ ਭੋਜਨ ਤੋਂ ਬਿਨਾਂ ਸੰਸਾਰ ਰਹਿ ਹੀ ਨਹੀਂ ਸਕਦਾ। ਸੋ ਇੱਥੇ ਸ਼ਬਦ ਦਾ ਅਰਥ ਜਿਹੜਾ ਹੈ ਉਹ ਅਸੀਂ ਕਹਿ ਸਕਦੇ ਹਾਂ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਾਸਤੇ ਹੈ, ਜੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਮੁੰਦਾਵਣੀ ਸ਼ਬਦ ਵਰਤਿਆ ਹੈ। ਤੇ ਉੱਥੇ ਮੁੰਦਾਵਣੀ ਦਾ ਅਰਥ ਜਿਹੜਾ ਸੀ ਉਹ ਹਿਰਦੇ ਰੂਪੀ ਥਾਲ ਵਾਸਤੇ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਦੋਨੇ ਅਰਥਾਂ ਵਿੱਚ ਵੀ ਵਿਆਖਿਆ ਵਿੱਚ ਦੱਸ ਦਿੱਤਾ ਸੀ। ਇਹ ਵਿਚਾਰ ਜਦੋਂ ਪੈਨਲ ਵਿੱਚ ਹੋਈ ਸੀ। ਸੋ ਇਤਨੇ ਕੁ ਵਿਚਾਰ ਆਪ ਜੀ ਦੀ ਸੇਵਾ ਵਿੱਚ ਹਨ। ਜੇ ਸਪਸ਼ਟ ਹੋ ਗਿਆ ਧੰਨਵਾਦੀ ਹੋਵਾਂਗਾ। ਜੇ ਮੇਰੀ ਕੋਈ ਘਾਟ ਹੈ ਮੈਨੂੰ ਦੱਸਣ ਦੀ ਕਿਰਪਾਲਤਾ ਕਰਿਓ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਪ੍ਰਿੰਸੀਪਲ ਸਾਹਿਬ ਨੇ ਲਫ਼ਜ਼ ਮੁਦਾਵਣੀ ਜਿਹੜਾ ਉਹਦੇ ਸਾਨੂੰ ਅਰਥ ਸਮਝਾਏ ਨੇ, ਉੱਥੇ ਇਹ ਕਿਉਂ ਵਰਤਿਆ ਔਰ ਕਿਸ ਲਹਿਜੇ 'ਚ ਵਰਤਿਆ, ਔਰ ਇਸ ਜਿਹੜਾ ਸਵਾਲ ਸੀਗਾ ਕਿ ਉਹਦਾ ਵੀ ਉਹਨਾਂ ਨੇ ਉੱਤਰ ਦਿੱਤਾ ਹੈ। ਔਰ ਪੂਰੀ ਐਕਸਪਲੇਨੇਸ਼ਨ ਦੇ ਨਾਲੇ ਜੋ ਕਾਲਜ ਵੱਲੋਂ ਛਪੀ ਆਲਰੇਡੀ ਇਹਦੇ ਬਾਰੇ ਕਮੈਂਟਰੀ ਹੈ, ਉਹ ਸਾਰੀ ਉਹਨਾਂ ਨੇ ਪੜ੍ਹ ਕੇ ਵੀ ਸੁਣਾਈ ਹੈ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹਦੇ ਰੂਪੀ ਥਾਲ ਦੱਸਿਆ ਮੁਦਾਵਣੀ ਵਿੱਚ। ਤੋ ਸਾਧ ਸੰਗਤ ਜੀ, ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰਬਾਣੀ ਆਪਾਂ ਪੜ੍ਹਦੇ ਹਾਂ, ਉਹਦਾ ਆਸ਼ਾ ਤੇ ਇਹੀ ਹੈ ਕਿ ਗੁਰਬਾਣੀ ਪੜ੍ਹਨ ਤੋਂ ਬਾਅਦ, ਸਮਝਣ ਤੋਂ ਬਾਅਦ ਸਾਡਾ ਜੀਵਨ ਜਿਹੜਾ ਹੈ ਉਹ ਸੰਤੋਖੀ ਜੀਵਨ ਬਣੇ, ਉਹ ਸਚਿਆਰ ਜੀਵਨ ਬਣੇ। ਜਿਸ ਤਰ੍ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪ ਸਾਹਿਬ ਦੀ ਬਾਣੀ ਵਿੱਚ ਸਾਨੂੰ ਸਵਾਲ ਪਹਿਲਾ ਪਾਇਆ ਹੀ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾ। ਤੋ ਜੇਕਰ ਅਸੀਂ ਬਾਣੀ ਨੂੰ ਸਮਝਾਂਗੇ ਤਾਂ ਫਿਰ ਐਂਡ ਰਿਜ਼ਲਟ ਤੇ ਇਹੀ ਹੈ ਕਿ ਅਸੀਂ ਸੱਤ ਤੇ ਸੰਤੋਖ ਦੇ ਧਾਰਨੀ ਹੋ ਕੇ ਉਹ ਨਾਮ ਨੂੰ ਪ੍ਰਾਪਤ ਕਰਾਂਗੇ। ਤੋ ਬਾਖੂਬੀ ਦੱਸਿਆ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਗੁਰਬਾਣੀ ਵਿੱਚ ਹੋਰ ਥਾਂ ਤੇ ਵੀ ਜੀ ਜਿਹੜੀ ਇਸ ਅਵਸਥਾ ਦਾ ਜ਼ਿਕਰ ਹੈ ਕਿ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਤੋ ਇਹ ਜਿਹੜੀਆਂ ਸੰਤੋਖੀ, ਇਹ ਜਿਹੜੀਆਂ ਦੈਵੀ ਬਿਰਤੀਆਂ ਨੇ ਸਤ ਤੇ ਸੰਤੋਖ ਦੀਆਂ, ਜਿਹਦੇ ਕੋਲ ਇਹ ਆ ਗਈਆਂ ਉਹਦਾ ਜੀਵਨ ਸਫਲ। ਪਰ ਇੱਕ ਗੱਲ ਇਹ ਵੀ ਹੈ, ਜੇ ਨਹੀਂ ਆਈਆਂ ਤੇ ਫਿਰ ਜੀਵਨ 'ਚ ਭਟਕਣਾ ਹੀ। ਜੇ ਸਾਡੇ ਕੋਲ ਸਤ ਤੇ ਸੰਤੋਖ ਨਹੀਂ ਹੈ ਤੇ ਜੋ ਕੁਝ ਮਰਜ਼ੀ ਸੀ ਪ੍ਰਾਪਤ ਕਰ ਲਈਏ, ਚਾਹੇ ਗਿਆਨ ਹੈ, ਚਾਹੇ ਧਨ ਹੈ, ਚਾਹੇ ਕੁਝ ਵੀ ਹੈ, ਰੁਤਬਾ ਹੈ, ਪਰ ਭਟਕਣਾ ਨਹੀਂ ਜਾਣੀ। ਜੇ ਸਤ ਤੇ ਸੰਤੋਖ ਆ ਜਾਏਗਾ ਤੇ ਸਾਡੀ ਜੀਵਨ ਦੀ ਭਟਕਣਾ ਖਤਮ ਹੋ ਕੇ ਅਸੀਂ ਸਹਿਜ ਅਵਸਥਾ ਵਿੱਚ ਪਹੁੰਚ ਸਕਦੇ ਹਾਂ। ਤੋ ਇੱਕ ਵਾਰੀ ਫੇਰ ਮੈਂ ਪ੍ਰਿੰਸੀਪਲ ਸਾਹਿਬ ਜੀ ਦਾ ਧੰਨਵਾਦ ਕਰਦਾ ਔਰ ਸੰਗਤ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਸਵਾਲ ਜਿਹੜੇ ਜ਼ਰੂਰ ਕੱਢ ਕੇ ਲਿਆਓ, ਤਾਂ ਜੇ ਅਸੀਂ ਵੀ ਤਿਆਰੀ ਕਰਕੇ ਉਹਦੇ ਸਾਡੀ ਸਮਝ ਵਿੱਚ ਵਾਧਾ ਹੋ ਜਾਂਦਾ ਹੈ
ਔਰ ਆਪ ਜੀ ਨਾਲ ਗੱਲ ਵੀ ਸਹੀ ਕਰ ਸਕਦੇ। ਤੋ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਵਾਲ ਭੇਜਿਆ ਉਹਨਾਂ ਦਾ ਵੀ, ਤੇ ਡਾਕਟਰ ਸੁਰਿੰਦਰ ਸਿੰਘ ਜੀ ਦਾ। ਡਾਕਟਰ ਸੁਰਿੰਦਰ ਸਿੰਘ ਜੀ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਗਲਿਸ਼ ਟ੍ਰਾਂਸਲੇਸ਼ਨ ਕਰ ਰਹੇ ਨੇ। ਉਹ ਇੱਕ ਬੜਾ ਵੱਡਾ ਉਪਾਅ ਹੈ, ਕਿਉਂਕਿ ਹੁਣ ਤੱਕ ਜਿਹੜੀਆਂ ਟ੍ਰਾਂਸਲੇਟਡ ਸਾਨੂੰ ਮਿਲਦੀਆਂ ਨੇ ਵਰਜ਼ਨ, ਉਹ ਬਹੁਤੀਆਂ ਜਿਹੜੀਆਂ ਨੇ ਉਹ ਤੁਸੀਂ ਦੇਖੋਗੇ ਕਿ ਉਹ ਸਿਰਫ ਡਿਕਸ਼ਨਰੀ ਮੀਨਿੰਗ ਹੀ ਕੀਤੇ ਨੇ, ਅੰਤਰੀਵ ਭਾਵ ਨੇ, ਜਦ ਕਿ ਗੁਰਬਾਣੀ ਚ ਅੰਤਰੀਵ ਭਾਵ ਬੜਾ ਜ਼ਰੂਰੀ ਹੈ। ਜਿਵੇਂ ਸਭ ਤੋਂ ਪਹਿਲਾ ਸਵਾਲ ਲਿਆ ਸੀ ਭੈਣ ਮਨਿੰਦਰ ਕੌਰ ਜੀ ਨੇ ਕਿਹਾ, ਉਹਦੇ ਚ ਅੰਤਰੀਵ ਭਾਵ ਦੀ ਗੱਲ ਸੀ। ਜਿਹੜਾ ਹੁਣ ਪ੍ਰਿੰਸੀਪਲ ਸਾਹਿਬ ਨੇ ਦੱਸਿਆ, ਅੰਤਰੀਵ ਭਾਵ ਦੀ ਗੱਲ ਹੈ, ਲਫ਼ਜ਼ੀ ਅਰਥਾਂ ਦੀ ਗੱਲ ਨਹੀਂ। ਤੋ ਲਫ਼ਜ਼ੀ ਅਰਥ ਸਾਨੂੰ ਆਉਣੇ ਚਾਹੀਦੇ ਨੇ, ਪਰ ਜਿੰਨਾ ਚਿਰ ਅੰਤਰੀਵ ਭਾਵ ਨਹੀਂ ਹੋਏਗਾ ਉਹਨਾਂ ਚਿਰ ਸਾਨੂੰ ਉਹਦਾ ਜੋ ਸਹੀ ਫਿਲਾਸਫੀ ਹੈ ਉਹ ਸਮਝ ਨਹੀਂ ਆਏ। ਤੋ ਆਓ ਸਾਧ ਸੰਗਤ ਜੀ, ਜਿਹੜਾ ਅਗਲੇ ਸਵਾਲ ਹੁਣ ਆਪਾਂ ਚੱਲਦੇ ਹਾਂ। ਤੇ ਪ੍ਰਭਕੀਰਤਨ ਸਿੰਘ ਜੀ ਜੋ ਕਿ ਬੜੇ ਅੱਛੇ ਤਰੀਕੇ ਨਾਲ ਔਰ ਬੜੇ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਨੂੰ ਜਪਜੀ ਸਾਹਿਬ, ਉਸ ਤੋਂ ਬਾਅਦ ਜਿਹੜਾ ਰਾਸ ਹੁਣ ਸੋਹਲੇ ਦੀ ਬਾਣੀ ਦਾ ਉਹਨਾਂ ਨੇ ਸਾਨੂੰ ਜੋ ਦੱਸਿਆ। ਤੋ ਉਹ ਜਿਸ ਵੇਲੇ ਸੋਹਲੇ ਦੀ ਬਾਣੀ ਦਾ ਵਿਚਾਰ ਕਰ ਰਹੇ ਸਨ ਤਾਂ ਸੰਗਤ ਵਿੱਚ ਸਵਾਲ ਆਇਆ ਸੀਗਾ ਕਿ ਜਿਹੜੇ ਉਸ ਸ਼ਬਦ ਦੇ ਵਿੱਚ ਆਉਂਦੀਆਂ ਨੇ ਅੱਖਰਾਂ ਦੇ ਚਵਰ ਜੋਤ ਵਗੈਰਾ, ਜਿਹੜਾ ਸ਼ਾਇਦ ਤਨਾਸੀ ਰਾਗ ਵਾਲੇ ਸ਼ਬਦ ਉਚਾਰੀਆਂ ਸਨ, ਤੇ ਉਹ ਕਹਿੰਦੇ ਵੀ ਇਹਨਾਂ ਬਾਰੇ ਸਾਨੂੰ ਥੋੜਾ ਖੋਲ ਕੇ ਸਮਝਾਓ ਵੀ ਚਵਰ ਜੋਤ ਵਗੈਰਾ ਹੁੰਦੀਆਂ ਕੀ। ਮੈਂ ਬੇਨਤੀ ਕਰ ਰਿਹਾ ਵੀਰ ਪ੍ਰਭਕੀਰਤਨ ਸਿੰਘ ਜੀ ਨੂੰ ਬਈ ਇਹ ਜਿਹੜੇ ਅੱਖਰ ਉਸ ਸ਼ਬਦ ਵਿੱਚ ਆਏ ਸਨ ਉਹਨਾਂ ਨੂੰ ਕਿਰਪਾ ਕਰਕੇ ਥੋੜਾ ਐਕਸਪਲੇਨ ਕਰਕੇ ਦੱਸੋ, ਸੰਗਤ ਦੀ ਮੰਗ ਹੈ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਸ਼ਬਦ ਇਸ ਸ਼ਬਦ ਦੇ ਅੰਦਰ ਜਿਹੜੇ ਸ਼ਬਦ ਸਨਾਤਨ ਧਰਮ ਦੀ ਆਰਤੀ ਦੇ ਨਾਲ ਕਨੈਕਟਡ ਆਏ ਹਨ, ਉਹਨਾਂ ਸਾਰਿਆਂ ਦੇ ਬਾਰੇ ਸੰਖੇਪ ਦੇ ਵਿੱਚ ਆਪਾਂ ਵਿਚਾਰ ਕਰ ਲਈਏ। ਸਭ ਤੋਂ ਪਹਿਲਾਂ ਤੇ ਆਪਾਂ ਇਹ ਸਮਝ ਲਈਏ ਕਿ ਆਰਤੀ ਹੁੰਦੀ ਕੀ ਹੈ। ਆਰਤੀ ਸਨਾਤਨ ਧਰਮ ਦੇ ਵਿੱਚ ਪੂਜਾ ਦਾ ਅੰਗ ਹੈ ਤੇ ਆਮ ਤੌਰ ਤੇ ਅੰਤਮ ਅੰਗ ਹੁੰਦਾ ਹੈ। ਇਹਦੇ ਵਿੱਚ ਇੱਕ ਥਾਲ ਵਿੱਚ ਕਈ ਚੀਜ਼ਾਂ ਰੱਖ ਕੇ, ਜਿਨ੍ਹਾਂ ਦੀ ਖਾਸ ਇੰਪੋਰਟੈਂਸ ਮੰਨੀ ਗਈ ਹੈ ਸਨਾਤਨ ਧਰਮ ਦੇ ਵਿੱਚ, ਉਹਨਾਂ ਚੀਜ਼ਾਂ ਨੂੰ ਰੱਖ ਕੇ ਤੇ ਆਪਣੇ ਇਸ਼ਟ ਦੇਵ ਦੀ ਮੂਰਤੀ ਦੇ ਅੱਗੇ ਘੁਮਾਇਆ ਜਾਂਦਾ ਹੈ। ਪਹਿਲੇ ਜਿਵੇਂ ਪੈਰਾਂ ਦੇ ਅੱਗੇ ਉਹਦੇ 4 ਚੱਕਰ ਦਿੱਤੇ ਜਾਂਦੇ ਹਨ, ਫਿਰ ਨਾਭੀ ਅੱਗੇ, ਫਿਰ ਚਿਹਰੇ ਅੱਗੇ, ਤੇ ਫਿਰ ਉਸ ਤੋਂ ਬਾਅਦ ਪੂਰੇ ਸਰੀਰ ਦੇ ਅੱਗੇ, ਯਾਨੀ ਕਿ ਪੂਰੀ ਮੂਰਤੀ ਦੇ ਅੱਗੇ ਉਹਦੇ ਚੱਕਰ ਦਿੱਤੇ ਜਾਂਦੇ ਹਨ। ਉਹ ਕਲੌਕਵਾਈਜ਼ ਢੰਗ ਦੇ ਵਿੱਚ ਦਿੱਤੇ ਜਾਂਦੇ ਹਨ, ਇਹ ਵੀ ਨਿਰਧਾਰਤ ਹੈ ਉੱਥੇ। ਥਾਲ ਜਿਹੜਾ ਘੁਮਾਇਆ ਜਾਂਦਾ ਹੈ ਉਹਦੇ ਕੀ ਅੰਗ ਹਨ। ਉਹ ਇੱਕ ਤਾਂ ਉਹਦੇ ਵਿੱਚ 1 ਤੋਂ ਲੈ ਕੇ 2 ਤੋਂ ਲੈ ਕੇ ਤੇ 101 ਦੀਵਿਆਂ ਤੱਕ ਉਹ ਦੀਵੇ ਜਗਾ ਕੇ ਰੱਖੇ ਜਾਂਦੇ ਹਨ, ਜਿਨ੍ਹਾਂ ਦੀ ਵੱਖੋ-ਵੱਖ ਰਿਚੁਅਲਸ ਦੇ ਮੁਤਾਬਕ ਇੰਪੋਰਟੈਂਸ ਹੁੰਦੀ ਹੈ। ਉਸ ਤੋਂ ਬਾਅਦ ਉਹਦੇ ਜਿਹੜੀਆਂ ਚੀਜ਼ਾਂ ਦਾ ਹੈ ਉਹ ਆਪਾਂ ਡਿਸਕਸ ਕਰਦੇ ਹਾਂ ਤੇ ਨਾਲ ਗੱਲ ਕਰਦੇ ਹਾਂ। ਤੋ ਜਿਹੜਾ ਆਰਤੀ ਕਰ ਰਿਹਾ ਹੁੰਦਾ ਹੈ ਜਾਂ ਕਰਵਾ ਰਿਹਾ ਹੁੰਦਾ ਹੈ ਪੁਜਾਰੀ ਤੋਂ, ਉਹਦੇ ਵਾਸਤੇ ਇੱਕ ਹੋਰ ਬੜੀ ਵਿਸ਼ੇਸ਼ ਚੀਜ਼ ਹੁੰਦੀ ਹੈ ਕਿ ਉਸਨੇ ਜੋ ਮੂਰਤੀ ਹੈ ਉਹਦੀਆਂ ਅੱਖਾਂ ਦੇ ਨਾਲ ਅੱਖਾਂ ਮਿਲਾ ਕੇ ਉਨੀ ਦੇਰ ਖੜੇ ਰਹਿਣਾ ਹੈ, ਕਿਉਂਕਿ ਮੰਨਿਆ ਜਾਂਦਾ ਹੈ ਕਿ ਉਹਦੇ ਨਾਲ ਕੁਝ ਵਿਸ਼ੇਸ਼ ਸ਼ਕਤੀ ਉਸ ਵਿਅਕਤੀ ਦੇ ਵਿੱਚ ਪ੍ਰਵੇਸ਼ ਹੁੰਦੀ ਹੈ ਜਿਹੜਾ ਆਰਤੀ ਕਰਵਾ ਰਿਹਾ ਹੈ। ਤੋ ਇਸ ਕਰਕੇ ਇਸ ਸਾਰੀ ਜੋ ਰਿਚੁਅਲ ਹੈ ਆਰਤੀ ਦਾ, ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਇੱਕ ਇੰਪੋਰਟੈਂਸ ਹੈ। ਸਭ ਤੋਂ ਪਹਿਲਾਂ ਤੇ ਥਾਲ ਲਿਆ ਜਾਂਦਾ ਹੈ ਜਿਹਦੇ ਵਿੱਚ ਦੀਵੇ ਜਗਾਏ ਜਾਂਦੇ ਹਨ, ਕੁਝ ਮੋਤੀ ਆਦਿਕ ਚਮਕਦੇ ਰੱਖੇ ਜਾਂਦੇ ਹਨ। ਤੋ ਸਤਿਗੁਰੂ ਜੀ ਨੇ ਥਾਲ, ਉਹ ਜਿਹਦੇ ਵਿੱਚ ਥਾਲ ਵਿੱਚ ਜਿਹੜੀ ਸਮੱਗਰੀ ਹੁੰਦੀ ਹੈ, ਤੇ ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਥਾਲ ਹੀ ਅਸੀਂ ਘੁਮਾਉਣਾ ਹੈ ਤੇ ਉਸ ਬੇਅੰਤ ਪ੍ਰਭੂ ਦੇ ਅੱਗੇ ਥਾਲ ਘੁਮਾਉਣਾ ਹੈ ਤਾਂ ਫਿਰ ਉਹਦੇ ਅੱਗੇ ਤਾਂ ਇਹ ਗਗਨ ਰੂਪੀ ਥਾਲ ਹਮੇਸ਼ਾ ਹੀ ਸਜਿਆ ਹੋਇਆ। ਕਿਉਂਕਿ ਆਰਤੀ ਦੀ ਜਿਹੜੀ ਡੈਫੀਨੇਸ਼ਨ ਸਾਨੂੰ ਗੁਰਮਤਿ ਦੇ ਵਿੱਚ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਦਿੱਤੀ ਹੈ, ਉਹ ਦਿੱਤੀ ਹੈ ਕਿ ਜਦੋਂ ਅਕਾਲ ਪੁਰਖ ਦੀ ਆਰਤੀ ਹੈ ਹੀ ਉਹ ਹੈ ਕਿ ਜੋ ਤਿਸ ਭਾਵੈ ਸੋ ਆਰਤੀ ਹੋਏ, ਭਾਵ ਉਸ ਦੇ ਭਾਣੇ ਉਸ ਦੇ ਹੁਕਮ ਦੇ ਵਿੱਚ ਜਦੋਂ ਅਸੀਂ ਜੀਵਨ ਬਿਤਾਉਂਦੇ ਹਾਂ ਤਾਂ ਉਹੀ ਆਰਤੀ ਹੈ। ਜੋ ਉਸਨੂੰ ਚੰਗਾ ਲੱਗਦਾ ਹੈ ਉਹੀ ਆਰਤੀ ਹੈ, ਹੋਰ ਕੋਈ ਵੱਖਰੀ ਆਰਤੀ ਨਹੀਂ। ਪਰ ਜੇ ਆਰਤੀ ਦੀ ਗੱਲ ਕਰਨ ਲੱਗਿਆ ਉਹਨਾਂ ਨੇ ਸਮਝਾਉਣ ਲਈ ਕਿਹਾ ਹੈ ਕਿ ਇਹ ਥਾਲ ਸਤਿਗੁਰੂ ਜੀ ਨੇ ਕਿਹਾ ਹੈ ਕਿ ਗਗਨ ਹੈ। ਗਗਨ ਇਤਨਾ ਵੱਡਾ ਥਾਲ ਹੈ ਜਿਹਦੇ ਨਾਲ ਅਸੀਂ ਅਕਾਲ ਪੁਰਖ ਦੀ, ਵਾਹਿਗੁਰੂ ਦੀ, ਉਸ ਪ੍ਰਭੂ ਦੀ ਆਰਤੀ ਕਰ ਸਕਦੇ ਹਾਂ। ਤੇ ਇਹਦੇ ਵਿੱਚ ਜਿਵੇਂ 2 ਦੀਵੇ ਰੱਖੇ ਜਾਂਦੇ ਹਨ, ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਰਵ ਤੇ ਚੰਦ ਭਾਵ ਸੂਰਜ ਤੇ ਚੰਦਰਮਾ ਹਨ।
ਤੋ ਇਹ ਏਡਾ ਵੱਡਾ ਥਾਲ ਹੈ ਜੋ ਗगन ਹੈ, ਆਕਾਸ਼ ਹੈ ਪੂਰਾ, ਜਿਹਦੇ ਵਿੱਚ ਦੀਵੇ ਸਜੇ ਹੋਏ ਹਨ ਤੇ ਨਾਲ ਤਾਰਿਆਂ ਦਾ ਮੰਡਲ ਜਿਹੜਾ ਹੈ ਉਹ ਮਾਨੋ ਮੋਤੀਆਂ ਦੀ ਤਰ੍ਹਾਂ ਉਹਦੇ ਵਿੱਚ ਪਿਆ ਹੈ। ਆਰਤੀ ਦੇ ਥਾਲ ਦੇ ਵਿੱਚ ਧੂਪ ਜਿਹੜੀ ਵਸਾਈ ਜਾਂਦੀ ਹੈ ਉਹ ਇੱਕ ਮਤਲਬ ਸ਼ੁੱਧ ਮਨ ਦੀ ਜੋ ਸਿੰਬਲ ਹੈ ਕਿ ਜਦੋਂ ਸਾਡੇ ਮਨ ਸ਼ੁੱਧ ਹੋ ਜਾਂਦਾ ਹੈ ਤੇ ਉਹ ਖੁਸ਼ਬੂਦਾਰ ਹੋ ਜਾਂਦਾ ਹੈ ਤੇ ਉਸ ਦੇ ਸਿੰਬਲ ਵਜੋਂ ਧੂਪ ਸਜਾਈ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਉਹ ਖੁਸ਼ਬੂ ਦੀ ਜਿੱਥੋਂ ਤੱਕ ਗੱਲ ਹੈ, ਇਸ ਸ੍ਰਿਸ਼ਟੀ ਦੇ ਵਿੱਚ ਬਨਸਪਤੀ ਵੱਲੋਂ, ਕੁਦਰਤ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਜਨਰੇਟ ਹੋ ਰਹੀਆਂ ਹਨ। ਇੱਕ ਪਰਬਤ ਮੰਨਿਆ ਗਿਆ ਹੈ ਜਿਹੜਾ ਕਿ ਦੱਖਣ ਵਿੱਚ ਕਿਹਾ ਜਾਂਦਾ ਹੈ, ਜਿਹਦੇ ਉੱਤੇ ਚੰਦਨ ਤੇ ਹੋਰ ਖੁਸ਼ਬੂਦਾਰ ਚੀਜ਼ਾਂ ਹਾਲ ਦੇ ਵਿੱਚ ਜਗਾਉਣ ਦੀ ਲੋੜ ਨਹੀਂ ਹੈ, ਸਗੋਂ ਇਹ ਤਾਂ ਕੁਦਰਤ ਦੇ ਵਿੱਚ ਖੁਸ਼ਬੂਆਂ ਬੇਅੰਤ ਔਰ ਬੜੀ ਵੱਡੀ ਕੁਆਂਟੀਟੀ ਦੇ ਵਿੱਚ ਅਨੰਤ ਪੈਦਾ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਚਵਰ ਵੀ ਜਿਹੜੇ ਹਨ ਉਹ ਹੱਥ ਦੇ ਵਿੱਚ ਫੜ ਕੇ ਮੂਰਤੀ ਦੇ ਉੱਤੇ ਔਰ ਥਾਲ ਦੇ ਅੱਗੇ ਉਹ ਘੁਮਾਏ ਜਾਂਦੇ ਹਨ। ਇਹ ਵੀ ਦੋ ਕਿਸਮ ਦੇ ਹੁੰਦੇ ਹਨ। ਇੱਕ ਯਾਕ ਦੀ ਪੂਛ ਦੇ ਵਾਲਾਂ ਦਾ ਬਣਿਆ ਹੁੰਦਾ ਹੈ, ਇਸ ਨੂੰ ਆਕਾਸ਼ ਜੋ ਹੈ, ਸਪੇਸ, ਉਹਦਾ ਸਿੰਬਲ ਮੰਨਿਆ ਜਾਂਦਾ ਹੈ। ਤੇ ਜਿਹੜਾ ਮੋਰ ਪੰਖ ਦਾ ਇੱਕ ਹੁੰਦਾ ਹੈ ਉਹਨੂੰ ਪਵਨ ਦਾ ਸਿੰਬਲ ਮੰਨਿਆ ਜਾਂਦਾ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਚਵਰ ਕਰਨ ਦੇ ਲਈ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਕਿਉਂਕਿ ਜਿਹੜੀ ਪਵਨ ਚੱਲ ਰਹੀ ਹੈ ਸ੍ਰਿਸ਼ਟੀ ਦੇ ਵਿੱਚ ਉਹੀ ਉਹ ਅਕਾਲ ਪੁਰਖ ਦਾ ਚਵਰ ਹੈ। ਇਸੇ ਤਰ੍ਹਾਂ ਹੀ ਫੁੱਲ ਰੱਖੇ ਜਾਂਦੇ ਹਨ। ਤੋ ਜਿਹੜੇ ਫੁੱਲ ਹਨ ਉਹ ਪ੍ਰਿਥਵੀ ਦੇ ਸਿੰਬੋਲਿਕ ਹਨ ਤੇ ਸਤਿਗੁਰੂ ਕਹਿੰਦੇ ਹਨ ਕਿ ਪੂਰੀ ਬਨਸਪਤ ਜਿਹੜੀ ਹੈ ਉਹ ਅਕਾਲ ਪੁਰਖ ਦੀ ਅਨੰਤ ਆਰਤੀ ਜੋ ਹੋ ਰਹੀ ਹੈ ਉਹਦੇ ਵਿੱਚ ਸਗਲ ਬਨਸਪਤ, ਸਗਲ ਬਨਰਾਏ ਜਿਹੜੀ ਹੈ ਉਹ ਫੁੱਲਾਂ ਦਾ ਰੂਪ ਹੈ। ਤੇ ਫਿਰ ਜਦੋਂ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ ਆਰਤੀ ਦੇ ਰਾਹੀਂ, ਤੇ ਉਹਦੇ ਵਿੱਚ ਜਿਵੇਂ ਮੈਂ ਅੱਗੇ ਦੱਸਿਆ ਹੈ ਪੈਰਾਂ ਦੀ, ਫੇਸ ਦੀ, ਨੈਣਾਂ ਦੀ, ਇਹਨਾਂ ਦੀ ਖਾਸ ਇੰਪੋਰਟੈਂਸ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜਿਹੜੀ ਇਹ ਚੀਜ਼ਾਂ ਹਨ, ਅਕਾਲ ਪੁਰਖ ਦੀ ਕੋਈ ਇੱਕ ਵਿਸ਼ੇਸ਼ ਮੂਰਤ ਨਹੀਂ ਹੈ, ਕਿਉਂਕਿ ਜਦੋਂ ਅਕਾਲ ਪੁਰਖ ਨੂੰ ਅਸੀਂ ਸਰਗੁਣ ਸਰੂਪ ਦੇ ਵਿੱਚ ਦੇਖਦੇ ਹਾਂ ਤੇ ਉਹ ਹਰ ਜੀਵ ਦੇ ਵਿੱਚ ਵਸ ਰਿਹਾ ਹੈ, ਤਾਂ ਫਿਰ ਇਸ ਨਜ਼ਰ ਨਾਲ ਦੇਖੀਏ ਤੇ ਉਸ ਦੀਆਂ ਹਜ਼ਾਰਾਂ ਲੱਖਾਂ ਮੂਰਤਾਂ ਹਨ, ਉਸਦੇ ਹਜ਼ਾਰਾਂ ਨੈਣ ਹਨ, ਉਸਦੇ ਹਜ਼ਾਰਾਂ ਪੈਰ, ਉਸਦੇ ਹਜ਼ਾਰਾਂ ਨੱਕ ਹਨ। ਪਰ ਜੇ ਅਸੀਂ ਇਹ ਕਹੀਏ ਕਿ ਇੱਕ ਖਾਸ ਪੈਰ ਹੈ ਜਾਂ ਇੱਕ ਖਾਸ ਨੱਕ, ਨੈਣ ਜਾਂ ਮੂਰਤੀ ਹੈ, ਉਹਦੀ ਸ਼ਕਲ ਹੈ, ਤਾਂ ਉਹ ਨਹੀਂ ਹੈ, ਕਿਉਂਕਿ ਉਹ ਨਿਰਗੁਣ ਸਰੂਪ ਹੈ। ਅਸੀਂ ਖਾਸ ਨੂੰ ਇਹ ਨਹੀਂ ਕਹਿ ਸਕਦੇ ਕਿ ਇਹੀ ਉਸ ਅਕਾਲ ਪੁਰਖ ਦਾ ਰੂਪ ਹੈ। ਤਾਂ ਸਤਿਗੁਰੂ ਨੇ ਇਹਦੇ ਵਿੱਚ ਸਾਨੂੰ ਇਹ ਅਹਿਸਾਸ ਕਰਾਇਆ ਹੈ ਕਿ ਅਕਾਲ ਪੁਰਖ ਬੇਅੰਤ ਹੈ ਔਰ ਉਹਦੀ ਇਸ ਢੰਗ ਨਾਲ ਪੂਜਾ ਨਹੀਂ ਕੀਤੀ ਜਾ ਸਕਦੀ। ਤੇ ਅੱਗੇ ਜਾ ਕੇ ਇੱਕ ਸ਼ਬਦ ਆਇਆ ਹੈ ਮਕਰੰਦ। ਮਕਰੰਦ ਦਾ ਅਰਥ ਹੁੰਦਾ ਹੈ ਜੋ ਇੱਕ ਫੁੱਲ ਦੇ ਅੰਦਰ ਇੱਕ ਪਰਾਗ ਹੁੰਦਾ ਹੈ, ਜਿਹਨੂੰ ਪੋਲਨ ਕਹਿੰਦੇ ਹਾਂ ਅਸੀਂ, ਜਾਂ ਫੁੱਲਾਂ ਦਾ ਜਿਹੜਾ ਨੈਕਟਰ ਹੁੰਦਾ ਹੈ, ਜਿਹੜਾ ਫੁੱਲ ਦਾ ਰਸ ਹੁੰਦਾ ਹੈ ਮਿੱਠਾ, ਜਿਹੜਾ ਕਿ ਉਸ ਫੁੱਲ ਦਾ ਸਭ ਤੋਂ ਵਧੀਆ ਔਰ ਸਭ ਤੋਂ ਖਿੱਚ ਵਾਲਾ ਅੰਗ ਗਿਣਿਆ ਜਾਂਦਾ ਹੈ, ਜਿਹਦੇ ਵਾਸਤੇ ਭੌਰੇ ਤੇ ਤਿਤਲੀਆਂ ਤੇ ਹੋਰ ਸਾਰੇ ਜਿਹੜੇ ਹਨ ਉਹਨੂੰ ਲੈਣ ਵਾਸਤੇ ਉੱਤੇ ਪਹੁੰਚਦੇ ਹਨ। ਤੇ ਸਤਿਗੁਰੂ ਕਹਿੰਦੇ ਹਨ ਕਿ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਕਿ ਮੇਰੇ ਵਾਸਤੇ ਤਾਂ ਮਕਰੰਦ ਜਿਹੜਾ ਹੈ ਉਹ ਹਰ ਚਰਨ ਕਮਲ, ਉਹ ਹਰੀ ਦੇ ਜਿਹੜੇ ਚਰਨ ਕਮਲ ਹਨ ਉਹੀ ਮੇਰੇ ਵਾਸਤੇ ਮਕਰੰਦ ਹਨ, ਜਿਨ੍ਹਾਂ ਦੀ ਮੇਰੇ ਮਨ ਦੇ ਵਿੱਚ ਦਿਨ ਰਾਤ, ਮੇਰੇ ਮਨ ਦੇ ਵਿੱਚ ਉਹਦੀ ਪਿਆਸ ਹੈ। ਤਾਂ ਇਹ ਸਾਰੇ ਸਿੰਬਲਸ ਜੋ ਯੂਜ਼ ਕੀਤੇ ਗਏ ਹਨ ਆਰਤੀ ਦੇ ਵਿੱਚ, ਉਹਨਾਂ ਦੀ ਵਿਆਖਿਆ ਹੈ। ਮੁੱਕਦੀ ਗੱਲ ਇਹਦੇ ਵਿੱਚ ਇਹ ਹੈ ਕਿ ਸਤਿਗੁਰੂ ਜੀ ਨੇ ਜੋ ਸਾਨੂੰ ਇਹ ਮੈਸੇਜ ਦਿੱਤਾ ਹੈ ਕਿ ਹੇ ਵਾਹਿਗੁਰੂ ਤੇਰੀ ਅਨੰਤ ਆਰਤੀ ਉਹ ਹੋ ਰਹੀ ਹੈ, ਲਗਾਤਾਰ ਹੋ ਰਹੀ ਹੈ, ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਫਿਰ ਉਹਨਾਂ ਨੇ ਇਹਦੇ ਵਿੱਚ ਡਿਫਾਈਨ ਕੀਤਾ ਹੈ ਤੀਜੇ ਪਦੇ ਦੇ ਵਿੱਚ ਕਿ ਜੋ ਤਿਸ ਭਾਵੈ ਸੋ ਆਰਤੀ ਹੋਏ। ਅਸਲ ਆਰਤੀ ਉਸ ਅਕਾਲ ਪੁਰਖ ਦੀ ਕਰਨ ਦਾ ਢੰਗ ਇਹੀ ਹੈ ਕਿ ਉਸ ਅਕਾਲ ਪੁਰਖ ਦੇ ਹੁਕਮ ਦਾ, ਹਜ਼ੂਰੀ ਦਾ ਹੁਕਮੀ ਜੀਵਨ ਜੀਵਿਆ ਜਾਵੇ, ਉਹਦੇ ਨਾਮ ਸਿਮਰਨ ਦੇ ਵਿੱਚ ਮਗਨ ਹੋਇਆ ਜਾਵੇ, ਉਹਦੀ ਸਿਫਤ ਸਲਾਹ ਦੇ ਨਾਲ ਜੁੜਿਆ ਜਾਵੇ। ਇੰਨੇ ਵਿਚਾਰ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਪ੍ਰੀਤਮ ਸਿੰਘ ਜੀ ਨੇ ਇਹ ਜਿਹੜੀਆਂ ਟਰਮਸ ਆਈਆਂ ਇਹਨਾਂ ਨੂੰ ਦੱਸਿਆ, ਜੈਸਾ ਕਿ ਸਵਾਲ ਕਰਤਾ ਨੇ ਗਰੁੱਪ ਚੈਟ ਵਿੱਚ ਸਵਾਲ ਕੀਤਾ ਸੀਗਾ, ਤੇ ਔਰ ਬੜੇ ਉਹਨਾਂ ਨੇ ਇੱਕ ਇੱਕ ਜਿਹੜਾ ਹੈ ਉਹਦਾ ਪੂਰਾ ਦੱਸਿਆ। ਤੋ ਜਿਸ ਤਰ੍ਹਾਂ ਵੀਰ ਜੀ ਨੇ ਸਮਝਾਇਆ, ਗੱਲ ਤੇ ਇਹ ਹੈ ਕਿ ਗੁਰਮਤ ਦੇ ਵਿੱਚ ਬਾਹਰੀ ਕੋਈ ਵੀ ਜਿਹੜੀ ਚੀਜ਼ ਬਾਹਰੀ ਤੌਰ ਤੇ ਕਰਨੀ ਹੈ ਉਹਦੀ ਬਹੁਤੀ ਮਹੱਤਤਾ ਨਹੀਂ ਹੈ।
ਜਿਹੜਾ ਵੀ ਕੰਮ ਹੈ ਮਨ ਕਰਕੇ ਕਰਨਾ। ਤਨ ਕਰਕੇ ਅਸੀਂ ਕੋਈ ਕੰਮ ਕਰਦੇ ਹਾਂ, ਅਗਰ ਸਾਡਾ ਮਨ ਨਹੀਂ ਮੰਨਿਆ ਤੇ ਗੱਲ ਨਹੀਂ ਬਣੇਗੀ। ਸੋ ਮੰਨੇ ਦੀਆਂ 4 ਪੌੜੀਆਂ ਵੀ ਮਹਾਰਾਜ ਲਿਖੀਆਂ। ਗੱਲ ਤੇ ਮੰਨਣ ਦੀ, ਜਿੰਨੇ ਚਿਰ ਆਪਾਂ ਮੰਨ ਕੇ ਨਹੀਂ ਕਿਸੇ ਚੀਜ਼ ਨੂੰ ਕਰਦੇ, ਤਨ ਕਰਕੇ ਕਰਨਾ। ਹੁਣ ਜਿਵੇਂ ਮਹਾਰਾਜ ਨੇ ਬਾਣੀ 'ਚ ਲਿਖਿਆ ਕਿ ਅਪਰਾਧੀ ਦੂਣਾ ਨੇ ਮੈਂ ਜੋ ਅੰਤਾ ਮਿਰਗਾ ਸੀਸ ਨਵਾਇਆ ਕਿਆ ਥੀ ਜਰੇ ਦੇ ਕਸੁੱਧ ਜਾਏ। ਜੇ ਮਨ ਸਾਫ਼ ਨਹੀਂ ਹੈ ਤੇ ਉੱਪਰੋਂ ਉੱਪਰੋਂ ਜੋ ਮਰਜ਼ੀ ਕਰੀ ਜਾਈ। ਅੱਜ ਸੰਸਾਰ ਦੇ ਵਿੱਚ ਬਹੁਤ ਗਿਣਤੀ ਔਰ ਬਹੁਤ ਕੰਮਾਂ 'ਚ ਅਸੀਂ ਲੋਕ ਇਸੇ 'ਚ ਪਏ ਹਾਂ ਕਿ ਸਾਡੇ ਅੰਦਰ ਕੁਝ ਹੋਰ ਹੁੰਦਾ ਹੈ, ਬਾਹਰ ਕੁਝ ਹੋਰ ਹੁੰਦਾ। ਜਦ ਕਿ ਬਾਣੀ 'ਚ ਬੜਾ ਸਪਸ਼ਟ ਹੈ ਕਿ ਗੁਰਬਾਣੀ ਦੀ ਇਹੀ ਸੇਧ ਹੈ ਕਿ ਅੰਦਰੋਂ ਬਾਹਰੋਂ ਇੱਕ ਹੋ। ਇਸੇ ਤਰ੍ਹਾਂ ਜਿਸ ਵੇਲੇ ਅਸੀਂ ਕੋਈ ਸੇਵਾ ਕਰਦੇ ਹਾਂ ਤਾਂ ਉਹ ਵੀ ਅਸੀਂ ਮਨ ਕਰਕੇ ਕਰੀਏ, ਦਿਖਾਵੇ ਕਰਕੇ ਨਾ ਕਰੀਏ। ਜਿਸ ਤਰ੍ਹਾਂ ਪ੍ਰਭੂ ਕੀਰਤਨ ਸਿੰਘ ਜੀ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਬਾਹਰੀ ਤੌਰ ਤੇ ਚੌਰ ਚਵਰ ਜੋਤ ਕੀ ਹੈ, ਪਰ ਜਿਹੜੀ ਅਸਲ ਮਕਸਦ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਧਨਾਸਰੀ ਰਾਗ ਵਿੱਚ ਸ਼ਬਦ ਉਚਾਰਿਆ, ਜਿਸ ਚੋਂ ਇਹਨਾਂ ਨੇ ਇਹ ਅੱਖਰ ਲੈ ਕੇ ਸਾਨੂੰ ਦੱਸੇ ਨੇ, ਉਹਨਾਂ 'ਚ ਅੰਤਰੀਵ ਭਾਵ ਕੀ ਹੈ, ਅਸਲ ਗੱਲ ਕੀ ਹੈ। ਤੋ ਆਓ ਸਤਿਗੁਰੂ ਕਿਰਪਾ ਕਰਨ, ਅਸੀਂ ਇੱਕ ਜਿਸ ਜੀਵਨ ਦਾ ਇੱਕ ਨਕਸ਼ਾ ਗੁਰੂ ਮਹਾਰਾਜ ਜੀ ਨੇ ਸਾਡੇ ਸਾਹਮਣੇ ਨਕਸ਼ਾ ਵੀ ਰੱਖਿਆ, ਲਕਸ਼ ਵੀ ਰੱਖਿਆ ਤੇ ਤਰੀਕਾ ਵੀ ਰੱਖਿਆ, ਅਸੀਂ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਉਹੋ ਜਿਹਾ ਬਣਾਈਏ ਜਿਹੋ ਜਿਹਾ ਇੱਕ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡਾ ਬਣਾਉਣਾ ਚਾਹੁੰਦੀ। ਜੇ ਬਣ ਗਿਆ ਤਾਂ ਜੀਵਨ ਸਫਲ ਹੈ, ਨਹੀਂ ਤੇ ਜਿਵੇਂ ਪਹਿਲੇ ਮੈਂ ਬੇਨਤੀ ਕੀਤੀ ਹੈ, ਨਹੀਂ ਤਾਂ ਜ਼ਿੰਦਗੀ 'ਚ ਭਟਕਣਾ ਹੀ, ਭਟਕ ਕੇ ਆਪਣੀ ਉਮਰ ਪੂਰੀ ਕਰਕੇ ਆਪਾਂ ਤੁਰ ਜਾਾਂਗੇ। ਇਹ ਬਹੁਤ ਕੀਮਤੀ ਜਨਮ ਜਿਹੜਾ ਇਹ ਸਾਡਾ ਵੇਸਟ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਬਾਣੀ ਸੁਣ ਰਹੇ ਹਾਂ, ਸਮਝ ਰਹੇ ਹਾਂ, ਇਹਨੂੰ ਆਪਣੇ ਜੀਵਨ ਤੇ ਲਾਗੂ ਵੀ ਕਰ ਸਕੀਏ ਤਾਂ ਜੇ ਸਾਡਾ ਵੀ ਜੀਵਨ ਜਿਹੜਾ ਉਹ ਸਫਲ ਹੋ ਸਕੇ। ਪ੍ਰਭੂ ਕੀਰਤਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ। ਤੋ ਸਾਧ ਸਿੰਘ ਜੀ, ਇੱਕ ਸਵਾਲ ਜਿਹੜਾ ਹੁਣ ਮੈਂ ਅਗਲਾ ਲੈਣ ਲੱਗਾ, ਪਹਿਲੇ ਜਿਨ੍ਹਾਂ ਦਾ ਸਵਾਲ ਹੈ ਮੈਂ ਉਹਨਾਂ ਤੋਂ ਖਿਮਾ ਮੰਗਦਾ ਕਿ 2 ਵਾਰੀ ਲਗਾਤਾਰ ਸਮੇਂ ਦੀ ਕਮੀ ਕਰਕੇ ਇਹ ਸਵਾਲ ਨਹੀਂ ਸੀ ਲਿਆ ਜਾ ਸਕਿਆ, ਉਹ ਅੱਜ ਅਸੀਂ ਲੈ ਰਹੇ ਹਾਂ। ਸਵਾਲ ਹੈ ਕਿ ਰਾਤ ਸਮੇਂ ਅੰਮ੍ਰਿਤ ਸੰਚਾਰ ਹੋ ਸਕਦਾ ਹੈ? ਇਹ ਸਵਾਲ ਆਇਆ ਹੈ ਵੀ ਅੰਮ੍ਰਿਤ ਸੰਚਾਰ ਜਿਹੜਾ ਹੈ ਬਈ ਰਾਤ ਸਮੇਂ ਵੀ ਹੋ ਸਕਦਾ ਕਿ ਨਹੀਂ। ਮੈਂ ਬੇਨਤੀ ਕਰ ਰਿਹਾ ਵੀ ਹਰਜੀਤ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਦੱਸਣ ਬਈ ਆਇਆ ਕੋਈ ਖਾਸ ਸਮਾਂ ਜਾਂ ਕਿਸੇ ਸਮੇਂ ਹੋ ਸਕਦਾ, ਤੇ ਖਾਸ ਕਰਕੇ ਜਿਹੜਾ ਸਵਾਲ ਹੈ ਰਾਤ ਸਮੇਂ ਹੋ ਸਕਦਾ ਕਿ ਨਹੀਂ। ਵੀਰ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿੱਚ ਸਿੱਖ ਦੀ ਜ਼ਿੰਦਗੀ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਹੈ ਸੱਚੀ ਜੀਵਨ, ਦੂਸਰਾ ਹੈ ਪੰਥਕ ਜੀਵਨ। ਸੱਚੀ ਜੀਵਨ ਨੂੰ ਪੰਥਕ ਜੀਵਨ ਤੋਂ ਅਲੱਗ ਕਰਕੇ ਦੇਖਿਆ ਨਹੀਂ ਜਾ ਸਕਦਾ, ਦੋਨੇ ਹੀ ਜ਼ਰੂਰੀ ਹਨ। 4 ਸੰਸਕਾਰ ਸਿੱਖ ਦੇ ਜੀਵਨ ਦੇ ਸਿੱਖ ਰਹਿਤ ਮਰਯਾਦਾ ਵਿੱਚ ਦੱਸੇ ਗਏ ਹਨ। ਜਨਮ ਤੇ ਨਾਮ ਸੰਸਕਾਰ, ਆਨੰਦ ਸੰਸਕਾਰ, ਮ੍ਰਿਤਕ ਸੰਸਕਾਰ ਤੇ ਚੌਥਾ ਅੰਮ੍ਰਿਤ ਸੰਸਕਾਰ ਹੈ। ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਬਾਕੀ ਜੋ ਮਜ਼ਹਬ ਹਨ, ਬਾਕੀ ਜੋ ਧਰਮ ਹਨ, ਉਹਨਾਂ ਦੇ ਵਿੱਚ ਕੁਝ ਨਿਸ਼ਚਿਤ ਉਮਰਾਂ ਹਨ ਜਿਨ੍ਹਾਂ ਦੇ ਵਿੱਚ ਕੁਝ ਸੰਸਕਾਰ ਕਰਨੇ ਪੈਂਦੇ ਨੇ। ਪਰ ਸਾਡੇ ਗੁਰਮਤਿ ਦੀ ਫਿਲਾਸਫੀ ਬੜੀ ਕਮਾਲ ਦੀ ਹੈ। ਜਨਮ ਤੇ ਨਾਮ ਸੰਸਕਾਰ ਦੇ ਦਿਨਾਂ ਦੀ ਗਿਣਤੀ ਮੁਕਰਰ ਨਹੀਂ ਕੀਤੀ। ਜਦੋਂ ਬੱਚੇ ਦੀ ਮਾਤਾ ਉੱਠਣ ਬੈਠਣ ਤੇ ਇਸ਼ਨਾਨ ਕਰਨ ਯੋਗ ਹੋ ਜਾਏ, ਉੱਥੇ ਲਫ਼ਜ਼ ਲਿਖਿਆ ਦਿਨਾਂ ਦੀ ਕੋਈ ਗਿਣਤੀ ਮੁਕਰਰ ਨਹੀਂ। ਉਦੋਂ ਸਤਿਗੁਰੂ ਜੀ ਦੇ ਹਜ਼ੂਰ ਜਾ ਕੇ ਬੱਚੇ ਦਾ ਨਾਮ ਰੱਖ ਦਿੱਤਾ ਜਾਏ। ਜੋ ਹੁਕਮ ਆਉਂਦਾ ਹੈ ਉਸ ਤੋਂ ਪਹਿਲੀ ਸ਼ਬਦ ਤੋਂ ਬੱਚੀ ਦੇ ਨਾਲ ਕੌਰ, ਅਗਰ ਬੱਚਾ ਹੈ ਤੇ ਸਿੰਘ ਲਫ਼ਜ਼ ਲਾਉਣੇ ਜ਼ਰੂਰੀ ਹੈ। ਇਹ ਸਾਡੀ ਆਪਣੀ ਮਰਜ਼ੀ ਦਾ ਨਾਮ ਨਹੀਂ ਹੈ, ਇਹ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਹੁਕਮ ਤੋਂ ਹੀ ਅਸੀਂ ਰੱਖ ਸਕਦੇ ਹਾਂ। ਦੂਸਰਾ ਆਨੰਦ ਸੰਸਕਾਰ ਹੈ। ਆਨੰਦ ਸੰਸਕਾਰ ਦੀ ਵੀ ਕੋਈ ਉਮਰ ਤੈਅ ਨਹੀਂ ਹੈ। ਆਚਾਰ ਕਰਕੇ ਬੱਚਾ ਬੱਚੀ ਜਦੋਂ ਯੋਗ ਹੋ ਜਾਣ ਤਾਂ ਉਹ ਆਨੰਦ ਕਰ ਦੇਣਾ ਚਾਹੀਦਾ, ਯੋਗ ਵਾਰ ਦੇਖ ਕੇ ਆਨੰਦ ਕਰਨਾ ਚਾਹੀਦਾ। ਪਰ ਸਿੱਖ ਦਾ ਵਿਆਹ ਸਿੱਖ ਦੇ ਨਾਲ ਹੀ ਹੋਵੇ ਜੋ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ। ਮ੍ਰਿਤਕ ਸੰਸਕਾਰ ਹਰ ਕਿਸੇ ਨੂੰ ਵਾਪਰਨਾ ਦਾ ਸਮਾਂ ਨਿਸ਼ਚਿਤ ਕਰ ਹੀ ਨਹੀਂ ਸਕਦਾ। ਚੌਥਾ ਸੰਸਕਾਰ ਸਾਡਾ ਅੰਮ੍ਰਿਤ ਸੰਸਕਾਰ ਹੈ। ਤੁਸੀਂ ਬਾਕੀ ਧਰਮਾਂ ਨੂੰ ਦੇਖੋ, ਉੱਥੇ ਉਮਰ ਨਿਸ਼ਚਿਤ ਹੈ ਵੀ ਜਨੇਊ ਇਸ ਉਮਰ ਵਿੱਚ ਪਾ ਦਿੱਤਾ ਜਾਏਗਾ। ਜੇ ਇਸਲਾਮ ਵਿੱਚ ਅਸੀਂ ਵੇਖਦੇ ਹਾਂ ਤੇ ਸੁੰਨਤ ਕਰਨ ਦੀ ਉਮਰ ਉੱਥੇ ਨਿਸ਼ਚਿਤ ਹੈ, ਫਿਕਸ ਹੈ। ਕ੍ਰਿਸਚੈਨਿਟੀ ਦੇ ਵਿੱਚ
ਬੈਪਟਾਈਜ਼ ਕਰਨ ਦੀ ਉਮਰ ਜਿਹੜੀ ਨਿਸ਼ਚਿਤ ਹੈ 16 ਜਾਂ 17 ਸਾਲ ਜੋ ਵੀ ਇੱਥੋਂ ਦਾ ਇਹਨਾਂ ਦਾ ਉਮਰ ਫਿਕਸ ਹੈ ਵੀ ਉਦੋਂ ਉਹਨੂੰ ਬੈਪਟਾਈਜ਼ ਬੱਚੇ ਨੂੰ ਕਰਨਾ ਚਾਹੀਦਾ। ਪਰ ਗੁਰਮਤਿ ਨੇ ਬੜੀ ਖੁੱਲੀ ਗੱਲ ਸਾਡੇ ਝੋਲੀ ਵਿੱਚ ਪਾਈ ਹੈ ਵੀ ਇੱਥੇ ਉਮਰ ਦਾ ਕੋਈ ਤਕਾਜ਼ਾ ਹੀ ਨਹੀਂ ਹੈ। ਬੱਚਾ ਜਦੋਂ ਹੋਸ਼ ਸੰਭਾਲਵੇ ਉਸ ਤੋਂ ਲੈ ਕੇ ਅਖੀਰਲੇ ਦਿਨਾਂ ਤੱਕ ਵੀ ਬੰਦਾ ਅੰਮ੍ਰਿਤਪਾਨ ਕਰ ਸਕਦਾ। ਪਰ ਜਿੱਥੇ ਸਤਿਗੁਰੂ ਜੀ ਕਹਿੰਦੇ ਨੇ ਵੀ ਅੰਮ੍ਰਿਤ ਸੰਸਕਾਰ ਹੈ ਕੀ ਹੈ, ਅੰਮ੍ਰਿਤ ਛਕਣਾ ਹੈ ਕੀ ਹੈ, ਉਹ ਹੈ ਗੁਰੂ ਦੇ ਨਾਲ ਬਚਨ ਕਰਨਾ, ਪ੍ਰਣ ਕਰਨਾ। ਕਿ ਸੱਚੇ ਪਾਤਸ਼ਾਹ ਜੀ ਮੈਂ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਆਪ ਜੀ ਦੇ ਦੱਸੇ ਹੋਏ ਉਦੇਸ਼ਾਂ ਮੁਤਾਬਕ ਰਹਿਣੀ, ਕਥਨੀ ਤੇ ਕਰਨੀ ਦੋਨਾਂ ਚੀਜ਼ਾਂ ਦੇ ਵਿੱਚ ਰਹਿਣ ਦਾ ਯਤਨ ਕਰਾਂਗੇ। ਇਹ ਇੱਕ ਪ੍ਰਣ ਹੈ ਗੁਰੂ ਦੇ ਅੱਗੇ ਕਿ ਗੁਰੂ ਦੀ ਮਰਿਆਦਾ ਅਨੁਸਾਰ ਚੱਲਣਾ, ਕਿਉਂਕਿ ਇਤ ਮਾਰਗ ਚੱਲੇ ਭਾਈੜੇ ਗੁਰ ਕਹੇ ਸੋ ਕਾਰ ਕਮਾਏ ਜਿਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਵ ਜਿਓ, ਕਿਉਂ ਭਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਵਾਓ ਜਿਓ। ਇਹ ਹੈ ਗੁਰੂ ਦੀ ਮੱਤ ਦੀ ਗੱਲ ਜਿਹੜੀ ਗੁਰੂ ਪਾਤਸ਼ਾਹ ਜੀ ਸਾਨੂੰ ਦਿੱਤੀ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਸੰਸਕਾਰ ਸਿਰਲੇਖ ਹੇਠ ਇਹ ਕਿਤੇ ਵੀ ਕੋਈ ਸਾਨੂੰ ਹਦਾਇਤ ਨਹੀਂ ਕੀਤੀ ਗਈ ਵੀ ਅੰਮ੍ਰਿਤ ਸੰਚਾਰ ਕਦੋਂ ਹੋ ਸਕਦਾ ਹੈ। ਬੇਨਤੀ ਹੈ, ਅੰਮ੍ਰਿਤ ਸੰਚਾਰ ਹੈ ਕੀਰਤਨ ਦੀ ਪੂਜਾ ਨੂੰ ਤਿਆਗ ਕੇ ਇੱਕ ਕਰਤਾਰ ਦੀ ਪ੍ਰੇਮਾ ਭਗਤੀ ਦੀ ਉਪਾਸਨਾ, ਗੁਰਬਾਣੀ ਦਾ ਅਭਿਆਸ, ਸਤ ਸੰਗਤ, ਪੰਥ ਦੀ ਸੇਵਾ, ਉਪਕਾਰ, ਨਾਮ ਦਾ ਪ੍ਰੇਮ ਤੇ ਅੰਮ੍ਰਿਤ ਛਕ ਕੇ ਰਹਿਤ ਬਾਇਤ ਜਿਹੜੀ ਹੈ ਇਹਦੇ ਅੰਮ੍ਰਿਤ ਸੰਸਕਾਰ ਦੇ ਮੁੱਖ ਸਾਧਨ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ ਹੈ। ਉਹ ਲਿਖਦੇ ਨੇ, ਸਿੱਖਾ ਜੇ ਤੇਰੇ ਮਨ ਵਿੱਚ ਕਦੀ ਦਰਬਾਰ ਸਾਹਿਬ ਜਾਣ ਦਾ ਸੰਕਲਪ ਆ ਜਾਏ ਤਾਂ ਫਿਰ ਢਿੱਲ ਨਾ ਕਰੀ, ਦੌੜਦਾ ਹੀ ਚਲਾ ਜਾਏ। ਇਹ ਨਾ ਹੋਵੇ ਕਿਤੇ ਮਨ ਦਾ ਸੰਕਲਪ ਵਿਕਲਪ ਵਿੱਚ ਬਦਲ ਜਾਏ, ਕਿਉਂਕਿ ਗੁਰੂ ਦੇ ਦਰਬਾਰ ਤੋਂ ਗੁਰੂ ਦਰਬਾਰ ਜਾਣਾ ਹੋਵੇ ਤਾਂ ਕਦੀ ਢਿੱਲ ਨਹੀਂ ਕਰਨੀ ਚਾਹੀਦੀ। ਹੁਣ ਇਸੇ ਤਰ੍ਹਾਂ ਹੀ ਅੰਮ੍ਰਿਤ ਸੰਸਕਾਰ ਦੀ ਗੱਲ ਹੈ ਵੀ ਜੇ ਅਸੀਂ ਕਿਸੇ ਨੇ ਅੰਮ੍ਰਿਤ ਛਕਣਾ ਹੈ ਜਾਂ ਅੰਮ੍ਰਿਤ ਪਾਨ ਕਰਨਾ ਹੈ, ਅਸੀਂ ਉਹ 'ਚ ਢਿੱਲ ਮੱਠ ਕਰਦੇ ਹਾਂ ਤਾਂ ਕਸੂਰਵਾਰ ਅਸੀਂ ਵੀ। ਬੰਦੇ ਦੇ ਵਿਚਾਰਾਂ ਨੂੰ ਬਦਲਣ ਲੱਗਿਆ ਸਮਾਂ ਨਹੀਂ ਲੱਗਦਾ। ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਸੰਸਕਾਰ ਦਾ ਸਮਾਂ ਨਿਯਤ ਨਹੀਂ ਹੈ। ਇਹ ਦਿਨ ਰਾਤ ਜਦੋਂ ਵੀ ਮਰਜ਼ੀ ਕੀਤਾ ਜਾ ਸਕਦਾ ਹੈ, ਪਰ ਅੰਮ੍ਰਿਤ ਛਕਾਉਣ ਲਈ ਖਾਸ ਸਥਾਨ ਦਾ ਪ੍ਰਬੰਧ ਹੋਵੇ ਜਿੱਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਘੱਟੋ ਘੱਟ 6 ਸਿੰਘ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਵਿੱਚੋਂ ਇੱਕ ਤਾਬਿਆ ਬੈਠਾ ਹੋਵੇ, 5 ਅੰਮ੍ਰਿਤ ਛਕਾਉਣ ਲਈ ਹੋਣ। ਇਹਨਾਂ 'ਚ ਸਿੰਘੜੀਆਂ ਵੀ ਸ਼ਾਮਲ ਹੋ ਸਕਦੀਆਂ ਨੇ। ਇਹਨਾਂ ਸਾਰਿਆਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਜੇ ਅਸੀਂ ਵੇਖਦੇ ਹਾਂ ਸਿੱਖ ਸਾਡੇ ਜੋ ਮਰਿਆਦਾ ਚੱਲ ਰਹੀਆਂ ਹਨ, ਹੋਲੇ ਮਹੱਲੇ ਦੇ ਉੱਤੇ ਜਾਂ ਵਿਸਾਖੀ ਦੇ ਮੌਕੇ ਦੇ ਉੱਤੇ ਅਨੰਦਪੁਰ ਸਾਹਿਬ ਵਿੱਚ ਲਗਾਤਾਰ ਦਿਨ ਰਾਤ ਅੰਮ੍ਰਿਤ ਸੰਸਕਾਰ ਜਿਹੜੇ ਹਨ ਉਹ ਚੱਲਦਾ ਰਹਿੰਦਾ, ਅੰਮ੍ਰਿਤ ਸੰਚਾਰ ਹੁੰਦਾ ਰਹਿੰਦਾ ਹੈ। ਕਾਰਨ ਕੀ ਹੈ ਕਿ ਐਡੀ ਵੱਡੀ ਗਿਣਤੀ 'ਚ ਲੋਕ ਉਦੋਂ ਅੰਮ੍ਰਿਤਪਾਨ ਕਰਦੇ ਨੇ, ਗੁਰੂ ਵਾਲੇ ਬਣਨ ਦੀ ਚਾਹ ਉਹਨਾਂ ਦੇ ਅੰਦਰ ਹੈ, ਤਾਂ ਉਹ ਦਿਨ ਰਾਤ ਹੀ ਹੁੰਦਾ ਰਹਿੰਦਾ। ਇਸ ਵਾਸਤੇ ਇਹ ਗੱਲ ਦਾ ਕੋਈ ਭਰਮ ਜਾਂ ਭੁਲੇਖਾ ਸਾਡੇ ਮਨ ਵਿੱਚ ਨਹੀਂ ਹੋਣਾ ਚਾਹੀਦਾ ਵੀ ਅਸੀਂ ਅੰਮ੍ਰਿਤ ਸੰਸਕਾਰ ਦਿਨੇ ਕਰਨਾ ਹੈ ਜਾਂ ਸੂਰਜ ਡੁੱਬੇ ਨਹੀਂ ਕਰਨਾ ਜਾਂ ਸ਼ਾਮ ਨੂੰ ਨਹੀਂ ਕਰਨਾ। ਸਿੱਖ ਦੀ ਜ਼ਿੰਦਗੀ ਦਾ ਇਹ ਨਹੀਂ, ਇੱਥੇ ਤਾਂ ਇੱਕੋ ਹੀ ਹਿਸਾਬ ਹੈ ਜੋ ਗੁਰੂ ਸਾਹਿਬ ਜੀ ਨੇ ਸਾਡੀ ਝੋਲੀ ਵਿੱਚ ਪਾ ਰਿਹਾ, ਉਹ ਹੈ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਵੀ ਭਲਿਆ ਜੇ ਵੇਲੇ ਵਕਤਾਂ ਦੀਆਂ ਗੱਲਾਂ ਹੀ ਕਰਦਾ ਰਿਹਾ, ਇੱਥੇ ਤਾਂ ਗੱਲਾਂ ਹਨ ਅੰਦਨ ਨਾਮੇ ਰਤਿਆਂ ਸੱਚੇ ਸੱਚੀ ਸੋਏ, ਇੱਕ ਤਿਲ ਪਿਆਰਾ ਵਿਸਰੇ ਭਗਤ ਕਿਨੇ ਹੀ ਹੋਏ, ਮਨ ਤਨ ਸੀਤਲ ਸਾਸਿਓ ਸਾਸ ਨਾ ਬਿਰਥਾ ਕੋਏ। ਤਾਂ ਇਹ ਗੁਰਮਤਿ ਦੀ ਫਿਲਾਸਫੀ ਹੈ ਵੀ ਤੂੰ ਹਰ ਵੇਲੇ ਅੱਠੇ ਪੈਰ ਇੱਕ ਤੇ ਲਵੇ, ਮੰਨਣ ਹੁਕਮ ਪਾਰ ਦੀ ਗੱਲ ਵਿੱਚ ਵਿਚਰਦਾ ਰਹਿ ਤੇ ਅੱਠੇ ਪੈਰ ਗੁਰੂ ਦੀ ਯਾਦ ਵਿੱਚ ਜੁੜ। ਅੰਮ੍ਰਿਤ ਛਕਾਉਣ ਲੱਗਿਆਂ ਵੀ ਇਸ ਗੱਲ ਦਾ ਭਰਮ ਨਹੀਂ ਹੈ ਕਿ ਇਹ ਦਿਨ ਜਾਂ ਰਾਤ ਦਾ ਸਮਾਂ ਕੋਈ ਨਿਸ਼ਚਿਤ ਕੀਤਾ ਗਿਆ ਹੈ। ਜਦੋਂ ਵੀ ਅਵੇਲੇਬਿਲਿਟੀ ਹੋਵੇ, ਅੰਮ੍ਰਿਤ ਪਾਨ ਕਰਨ ਵਾਲਾ ਤਿਆਰ ਹੋਵੇ, ਅੰਮ੍ਰਿਤ ਅਬਲਾਖੀ ਜਿਹੜੇ ਹਨ ਜੋ ਤਿਆਰ ਹੋਣ, ਤਾਂ 5 ਪਿਆਰੇ ਉਹਨਾਂ ਨੂੰ ਅੰਮ੍ਰਿਤ ਦਾ ਦੇ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਛਕਾਉਣ ਲਈ ਕੋਈ ਨਿਯਤ ਸਮਾਂ ਨਹੀਂ ਹੈ, ਕਿਸੇ ਨਾਲ ਵੀ ਕੀਤਾ ਜਾਏ ਉਹ ਚੰਗੀ ਗੱਲ ਹੈ। ਤੋ ਦੂਸਰੀ ਗੱਲ ਜਿਹੜੀ ਵੀਰ ਜੀ ਨੇ ਕਹੀ ਵੀ ਕੋਈ ਵੀ ਨੇਕ ਕੰਮ ਕਰਨਾ ਹੋਵੇ ਤਾਂ ਉਹਦੇ ਲਈ ਸਾਨੂੰ ਉਹਨੂੰ ਅੱਗੇ ਨਹੀਂ ਪਾਉਣਾ ਚਾਹੀਦਾ। ਸੰਸਕ੍ਰਿਤ ਦੀ ਸ਼ਲੋਕਾਂ 'ਚ ਵੀ ਗੁਰੂ ਅਰਜਨ ਸਾਹਿਬ ਜੀ ਦਾ ਫਰਮਾਨ ਹੈ ਕਿ ਨ ਬਲਮ ਧਰਮੰ ਬਲਮ ਪਾਪੰ,
ਮਾੜਾ ਕੰਮ ਕਰਨਾ ਤੇ ਕਹੋ ਜੀ ਹੁਣ ਨਹੀਂ ਕਰਦੇ, ਚਲੋ ਕੱਲ ਕਰ ਲਾਂਗੇ, ਪੁੱਟ ਆਫ ਕਰ ਦਿਓ, ਕਿਉਂਕਿ ਕਈ ਵਾਰੀ ਪੁੱਟ ਆਫ ਕਰਨ ਨਾਲ ਚੀਜ਼ ਰਹਿ ਹੀ ਜਾਂਦੀ। ਪਰ ਜੇ ਚੰਗੇ ਕੰਮ ਨੂੰ ਪੁੱਟ ਆਫ ਕਰਾਂਗੇ ਤੇ ਇਹ ਲਾਗੂ ਉੱਥੇ ਵੀ ਹੋਏਗਾ ਕਿ ਮੁੜ ਕੇ ਰਹਿ ਹੀ ਜਾਏ, ਕਹੀ ਚਲੋ ਜੀ ਅਗਲੇ ਸਾਲ ਛਕਾਂਗੇ ਅੰਮ੍ਰਿਤ, ਤੇ ਅਗਲੇ ਸਾਲ ਤੱਕ ਪਤਾ ਨਹੀਂ ਕੀ ਭਾਣਾ ਵਰਤ ਜਾ। ਤੋ ਇਸ ਕਰਕੇ ਇਹ ਬਾਕੀ ਜਿੱਥੋਂ ਤੱਕ ਠੀਕ ਹੈ, ਬਿਲਕੁਲ ਦਰੁਸਤ ਹੈ ਕਿ ਕੋਈ ਵਹਿਮ ਨਹੀਂ ਹੈ ਵੀ ਕਿਸ ਵੇਲੇ ਕਰ। ਹਾਂ ਉਂਝ ਮੈਂ ਕਹਿਣਾ ਵੀ ਬਾਕੀ ਜਿਹੜੇ ਬਹੁਤੇ ਕੰਮ ਆਪਾਂ ਕਰ ਰਹੇ ਹਾਂ ਜੀ, ਤੇ ਜੇ ਅੰਮ੍ਰਿਤ ਵੇਲੇ ਕੀਤੇ ਜਾਣ ਤਾਂ ਜ਼ਿਆਦਾ ਵਧੀਆ ਹੁੰਦਾ, ਕਿਉਂਕਿ ਅੰਮ੍ਰਿਤ ਵੇਲੇ ਬੰਦਾ ਤਰੋ ਤਾਜ਼ਾ ਹੁੰਦਾ, ਸਾਰੀ ਪਹਿਲੀ ਥਕਾਵਟ ਉਤਰੀ ਹੁੰਦੀ ਹੈ, ਔਰ ਸਾਡਾ ਦਿਮਾਗ ਤਾਜ਼ਾ ਹੁੰਦਾ ਹੈ, ਸਾਡਾ ਤਨ ਤੇ ਮਨ ਦੋਨੋਂ ਤਾਜ਼ਾ ਹੁੰਦਾ। ਸ਼ਾਮ ਪੈਂਦੇ ਤੱਕ ਮੇਰੇ ਵਰਗੇ ਬਤਰੇ ਦੇ ਤੇ ਵੈਸੇ ਹੀ ਫਿਊਜ਼ ਉੱਡਿਆ ਹੁੰਦਾ। ਤੇ ਇਸ ਕਰਕੇ ਇਹ ਅੰਮ੍ਰਿਤ ਵੇਲੇ ਦੀ ਲਾਭ ਜ਼ਰੂਰ ਹੈ, ਜਿਹੜਾ ਹੁਣ ਅਸੀਂ ਅੱਗੋਂ ਆਮ ਜ਼ਿੰਦਗੀ ਵਿੱਚ ਉਹਨੂੰ ਆਪਾਂ ਕੱਟ ਕਰ। ਤੋ ਵੀਰ ਹਰਜੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸਾਧ ਸੰਗਤ ਜੀ, ਸਮਾਂ ਹੋ ਗਿਆ ਤੇ ਮੈਂ ਬੇਨਤੀ ਕਰਦੇ ਹਾਂ ਵੀ ਜਿਹੜੇ ਇੱਕ ਨੌਜਵਾਨ ਅੱਜ ਜਲੰਧਰ ਤੋਂ ਨਵਾਂ ਜੁੜਿਆ, ਗੁਰਸ਼ਹਿਜ਼ਾਦ ਸਿੰਘ, ਮੈਂ ਉਹਨੂੰ ਬੇਨਤੀ ਕਰਾਂ ਵੀ ਅਨਮਿਊਟ ਕਰਕੇ ਸੰਗਤ ਨਾਲ ਫਤਿਹ ਸਾਂਝੀ ਕਰ। ਗੁਰਸ਼ਹਿਜ਼ਾਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।